आप सारे दर्शकों ਦੇ ਨਾਲ ਵਾਅਦੇ ਅਨੁਸਾਰ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਦੀ ਟੀਮ ਇੱਕ ਵਾਰੀ ਫਿਰ ਆਪ ਦੇ ਨਾਲ ਜੁੜ ਰਹੀ ਹੈ। ਕਾਂਸ਼ੀ ਟੀਵੀ ਦੇ ਸਾਰੇ ਦਰਸ਼ਕਾਂ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਔਰ ਸਾਰਿਆਂ ਨੂੰ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਦੀ ਫਾਊਂਡੇਸ਼ਨ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਜੈ ਗੁਰਦੇਵ ਜੈ ਵਾਲਮੀਕੀ। ਇਸੇ ਤਰ੍ਹਾਂ ਅਸੀਂ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਦੀ ਟੀਮ ਵੱਲੋਂ ਕਾਂਸ਼ੀ ਟੀਵੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਦੇ ਮਾਧਿਅਮ ਰਾਹੀਂ ਅਸੀਂ ਜੋ ਸਾਡਾ ਪ੍ਰੋਜੈਕਟ ਹੈ ਉਹ ਸਾਰੇ ਦਰਸ਼ਕਾਂ ਦੇ ਨਾਲ ਅਸੀਂ ਸ਼ੇਅਰ ਕਰ ਸਕਦੇ ਹਾਂ, ਸ਼ੇਅਰ ਕਰਦੇ ਹਾਂ। ਔਰ ਇਸ ਦੇ ਨਾਲ ਨਾਲ ਅੱਜ ਜੋ ਟੀਮ ਆਪ ਦੇ ਸਾਹਮਣੇ ਪ੍ਰਸਤੁਤ ਹੋਈ ਹੈ ਉਸ ਵਿੱਚ ਮੇਰੇ ਖੱਬੇ ਪਾਸੇ ਸ਼੍ਰੀ ਅਮਰੀਕ ਪਲਾਹੀ ਜੀ ਹਿੱਸਾ ਪਾ ਰਹੇ ਹਨ ਔਰ ਮੇਰੇ ਸੱਜੇ ਪਾਸੇ ਸਾਡੇ ਕੈਸ਼ੀਅਰ ਸਾਹਿਬ ਰੂਪ ਲਾਲ ਜੀ ਹਿੱਸਾ ਪਾਉਣਗੇ ਔਰ ਮੈਂ ਤਰਸੇਮ ਕਲਿਆਣ ਆਪ ਦੇ ਸਾਹਮਣੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਿਹਾ ਹਾਂ। ਅਸੀਂ ਆਪ ਦੇ ਨਾਲ ਜੋ ਸਤਿਗੁਰੂ ਰਵਿਦਾਸ ਜੀ ਨੇ ਯਾਤਰਾ ਕੀਤੀ ਆਪਣੇ ਲੰਮੀ ਆਯੂ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਹੋ ਗਏ, ਇੱਥੋਂ ਤੱਕ ਕਿ ਉਹ ਪਾਕਿਸਤਾਨ, ਅਫਗਾਨਿਸਤਾਨ, ਇਰਾਕ, ਈਰਾਨ ਨੂੰ ਵੀ ਗਏ। ਔਰ ਅਸੀਂ ਤੀਸਰੀ ਯਾਤਰਾ ਜੋ ਹੈ ਆਪ ਦੇ ਨਾਲ ਉਹ ਡਿਸਕਸ ਕਰ ਰਹੇ ਸੀ ਅਤੇ ਉਹ ਸਤਿਗੁਰੂ ਜੀ ਬਨਾਰਸ ਤੋਂ ਚੱਲ ਕੇ ਹੌਲੀ ਹੌਲੀ ਕੰਨਿਆ ਕੁਮਾਰੀ ਤੱਕ ਪਹੁੰਚ ਗਏ ਔਰ ਜਿੰਨੇ ਵੀ ਜਿਸ ਜਗ੍ਹਾ 'ਤੇ ਉਹ ਗਏ ਉਹਨਾਂ ਨੇ ਆਪਣਾ ਰੱਬੀ ਸੰਦੇਸ਼ ਸਾਰੇ ਲੋਕਾਂ ਨੂੰ ਦਿੱਤਾ, ਉਹਨਾਂ ਨੂੰ ਸਹੀ ਰਸਤਾ ਦਿਖਾਇਆ ਔਰ ਪਰਮਾਤਮਾ ਦੇ ਨਾਲ ਜੋੜਿਆ। ਔਰ ਕੰਨਿਆ ਕੁਮਾਰੀ ਤੋਂ ਫਿਰ ਸਤਿਗੁਰੂ ਜੀ ਕੋਝੀਕੋਡੇ ਪਹੁੰਚ ਗਏ ਜਿੱਥੇ ਉਹਨਾਂ ਨੇ ਸਾਰੀ ਮਨੁੱਖਤਾ ਨੂੰ ਇਲਾਹੀ ਸੰਦੇਸ਼ ਦਿੱਤਾ ਔਰ ਉੱਥੋਂ ਸਤਿਗੁਰੂ ਜੀ ਮੈਸੂਰ ਪਹੁੰਚ ਗਏ ਜਿੱਥੇ ਮਾਤਾ ਚਮਡੇਸ਼ਵਰੀ ਦਾ ਮਸ਼ਹੂਰ ਮੰਦਰ ਹੈ। ਇੱਥੇ ਦੇ ਪੁਜਾਰੀ ਸ਼ੂਸ਼ਾਤ ਦੀਆਂ ਨੀਮਾਂ ਨੂੰ ਮਜ਼ਬੂਤ ਕਰਨ 'ਤੇ ਲੱਗੇ ਹੋਏ ਸੀਗੇ ਔਰ ਇੱਥੇ ਦੇ ਜੋ ਨੀਵੇਂ ਵਰਗਾਂ ਦੇ ਲੋਕ ਸੀ ਉਹਨਾਂ ਨੂੰ ਮੰਦਰਾਂ ਦੇ ਵਿੱਚ ਜਾਣ ਦੀ ਮਨਾਹੀ ਸੀ, ਇੱਥੋਂ ਤੱਕ ਕਿ ਉਹਨਾਂ ਨੂੰ ਮੰਦਰਾਂ ਦੇ ਜੋ ਮਾਰਗ ਸੀ ਉੱਥੇ ਵੀ ਚੱਲਣ ਤੋਂ ਮਨ੍ਹਾ ਕੀਤਾ ਹੋਇਆ ਸੀ। ਇੱਥੇ ਸਤਿਗੁਰਾਂ ਨੇ 21 ਦਿਨਾਂ ਦੇ ਸਤਸੰਗ ਦੀ ਲੜੀ ਚਲਾਈ ਔਰ ਹਜ਼ਾਰਾਂ ਹੀ ਲੋਕ ਗੁਰੂ ਰਵਿਦਾਸ ਜੀ ਦੇ ਅੰਮ੍ਰਿਤ ਭਰਪੂਰ ਪ੍ਰਵਚਨਾਂ ਦਾ ਲਾਹਾ ਲੈਣ ਲਈ ਇੱਥੇ ਆਏ। ਅਤੇ ਕੀ ਹੋਇਆ ਕਿ ਮੰਦਰ ਦੇ ਪੁਜਾਰੀਆਂ ਨੇ ਮੰਦਰ ਦੇ ਦੁਆਰ ਖੋਲ੍ਹਣ ਦੀ ਪੇਸ਼ਕਸ਼ ਕੀਤੀ ਗੁਰੂ ਜੀ ਦੇ, ਜੋ ਉਹਨਾਂ ਨੇ ਵੀ ਉਹਨਾਂ ਦੇ ਬਚਨ ਸੁਣੇ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ। ਉਹਨਾਂ ਦਾ ਉਦੇਸ਼ ਕੀ ਸੀ ਕਿ ਮੇਰਾ ਉਦੇਸ਼ ਮੰਦਰ ਪ੍ਰਵੇਸ਼ ਨਹੀਂ ਹੈ ਸਗੋਂ ਬਰਾਬਰਤਾ ਹੈ। ਬਿਲਕੁਲ ਅਮਰੀਕ ਜੀ ਫਿਰ ਕੀ ਹੋਇਆ, ਸਤਿਗੁਰੂ ਜੀ ਮੈਸੂਰ ਤੋਂ ਉਪਦੇਸ਼ ਕਰਦੇ ਹੋਏ ਬੀਜਾਪੁਰ, ਪੂਨੇ, ਭੰਡਾਰਪੁਰ ਦੇ ਮਾਰਗ ਰਾਹੀਂ ਨਰਸੀ ਨਗਰ ਪਹੁੰਚ ਗਏ ਜੋ ਅੱਜ ਕੱਲ੍ਹ ਨਰਸੀ ਨਾਮ ਦੇ ਵਜੋਂ ਪ੍ਰਸਿੱਧ ਹੈ। ਔਰ ਇਸ ਦੇ ਬਾਰੇ ਜੋ ਇਸ ਸ਼ਹਿਰ ਦੇ ਵਿੱਚ ਸਤਿਗੁਰਾਂ ਦਾ ਜੋ ਵੀ ਉਹਨਾਂ ਨੇ ਕੀਤਾ ਉਸ ਦੇ ਬਾਰੇ ਆਪ ਨੂੰ ਅਮਰੀਕ ਜੀ ਜਾਣਕਾਰੀ ਦੇਣਗੇ। ਹਾਂਜੀ ਅਮਰੀਕ ਜੀ। ਥੈਂਕ ਯੂ ਪ੍ਰਧਾਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਕਾਂਸ਼ੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਵੱਲੋਂ ਇੱਕ ਵਾਰੀ ਫੇਰ ਜੈ ਗੁਰਦੇਵ, ਧੰਨ ਗੁਰਦੇਵ। ਜਿਸ ਤਰ੍ਹਾਂ ਗੁਰੂ ਮਹਾਰਾਜ ਦੀ ਤੀਸਰੀ ਯਾਤਰਾ ਜਿਹੜੀ ਅਸੀਂ ਸ਼ੁਰੂ ਕੀਤੀ ਸੀ ਉਹਦੇ ਅੱਜ ਅਖੀਰ ਤੱਕ ਅਸੀਂ ਪਹੁੰਚ ਚੁੱਕੇ ਹਾਂ। ਇਹ ਜਿਹੜੀ ਸਾਊਥ ਇੰਡੀਆ ਦੀ ਯਾਤਰਾ ਸਤਿਗੁਰੂ ਮਹਾਰਾਜ ਜੀ ਦੀ 6 ਸਾਲਾਂ ਦੀ ਸੀਗੀ। ਇਸ ਇਲਾਕੇ ਨੂੰ ਜਦ ਅਸੀਂ ਇਤਿਹਾਸ ਦੇ ਪੰਨਿਆਂ ਵਿੱਚ ਫਰੋਲਦੇ ਹਾਂ ਤਾਂ ਸਾਊਥ ਇੰਡੀਆ ਦਾ ਜਿਹੜਾ ਭਾਰਤ ਦਾ ਉਹ ਖੇਤਰ ਹੈ, ਏਰੀਆ, ਇਹਦੇ ਵਿੱਚ ਬਹੁਤ ਸਾਰੇ ਹਿੰਦੂ ਰਾਜਿਆਂ ਦਾ ਰਾਜ ਜ਼ਿਆਦਾ ਇਤਿਹਾਸ ਵਿੱਚ ਆਉਂਦਾ।
ਇਸ ਸਮੇਂ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੂੰ ਹਰੇਕ ਥਾਂ ਤੇ ਬੜੀ ਜਦੋਂ ਜਹਿਦ ਕਰਨੀ ਪਈ, ਕਿਉਂਕਿ ਅੱਜ ਕੱਲ ਨਾਗਪੁਰ ਤ੍ਰਿਪਤੀ ਬਾਲਾ ਜੀ ਮੰਦਿਰ ਜਾਂ ਹੋਰ ਵੀ ਜਿਹੜੇ ਖਾਸ ਜਿਹੜੇ ਹਿੰਦੂ ਮਤ ਨਾਲ ਜੁੜੇ ਉਹ ਮੰਦਿਰ ਹਨ ਜਿਨ੍ਹਾਂ ਨੂੰ ਅੱਜ ਤੱਕ ਪੂਜਿਆ ਜਾਂਦਾ, ਉੱਥੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਅਲੋਰਾ ਦੀਆਂ ਗੁਫਾਵਾਂ ਇੱਥੇ ਤੱਕ ਪਹੁੰਚ ਕੇ ਮਾਨਵਤਾ ਨੂੰ ਸੰਦੇਸ਼ ਦਿੱਤਾ। ਪਿਛਲੇ ਹਫਤੇ ਜਿਹੜੇ ਮੇਰੇ ਸਾਥੀਆਂ ਨੇ ਸਾਨੂੰ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਦੀ ਟੀਮ ਨੂੰ ਇਸ ਮਿਸ਼ਨ ਨੂੰ ਚਲਾਉਣ ਲਈ ਉਹ ਸਹਿਯੋਗ ਕੀਤਾ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਪਿਛਲੇ ਹਫਤੇ ਬੀਬੀ ਬਲਵਿੰਦਰ ਬੈਡਫੋਰਡ ਤੋਂ ਜਿਨ੍ਹਾਂ ਨੇ ਸਾਨੂੰ 200 ਪਾਉਂਡ ਦਿੱਤਾ, ਉਹਨਾਂ ਦੇ ਪੈਸੇ ਸਾਡੇ ਕੋਲ ਪਹੁੰਚ ਚੁੱਕੇ ਨੇ, ਉਹਨਾਂ ਦਾ ਧੰਨਵਾਦ। ਤੇ 630 ਪਾਉਂਡ ਸਾਨੂੰ ਡਾਕਟਰ ਰਾਜਚੰਦ ਜੀ ਜੋ ਸਾਡੇ ਰਵਿਦਾਸੀਆ ਸਮਾਜ ਦੇ ਬੜੇ ਉੱਘੇ ਸੇਵਾਦਾਰ ਨੇ, ACD ਦੇ DA ਦੇ ਉਹ ਇੱਕ ਖਾਸ ਮੈਂਬਰ ਨੇ, ਤੇ ਉਹਨਾਂ ਨੇ 630 ਪਾਉਂਡ ਸਾਨੂੰ ਦਿੱਤੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਾਂਜੀ ਪ੍ਰਧਾਨ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਚੁਮੇਟ ਜਿਹੜਾ ਮੰਦਿਰ ਚੁਮੁੰਡੇਸ਼ਵਰੀ ਮੰਦਿਰ ਜਿਹੜਾ ਇਹ ਚੁਮੁੰਡੇਸ਼ਵਰੀ ਮੰਦਿਰ ਜਿਹੜਾ, ਉਹਦੇ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਉਸ ਮੰਦਿਰ ਬਾਰੇ ਗੱਲ ਕੀਤੀ ਹੈ ਕਿ ਦੋਹਰਾ ਔਰ ਮਸੀਤ ਮੇਂ ਰਵਿਦਾਸ ਨਾ ਸੀਸ ਨਵਾਏ, ਜੇ ਲੋ ਸੀਸ ਨਿਭਾਵਣਾ ਸੋ ਠਾਕਰ ਹਰ ਥਾਂ। ਉਹ ਕਹਿੰਦੇ ਮੰਦਿਰਾਂ ਮਸੀਤਾਂ ਵਿੱਚ ਰੱਬ ਨਹੀਂ ਰਹਿੰਦਾ, ਰੱਬ ਹਰੇਕ ਥਾਂ ਤੇ ਰਹਿੰਦਾ। ਸਾਥੀਓ, ਇਸ ਮੰਦਿਰ ਨੂੰ ਸਹੀ ਰਸਤੇ ਤੇ ਔਰ ਉਹਨਾਂ ਨੂੰ ਸਹੀ ਸੰਦੇਸ਼ ਦੇਣ ਤੋਂ ਬਾਅਦ ਸਤਿਗੁਰੂ ਰਵਿਦਾਸ ਜੀ ਮਹਾਰਾਜ ਮਹਾਰਾਸ਼ਟਰ ਦਾ ਉਹ ਇਲਾਕਾ ਜਿਹਨੂੰ ਨਾਂਦੇੜ ਵੀ ਕਿਹਾ ਜਾਂਦਾ, ਹਜ਼ੂਰ ਸਾਹਿਬ ਵੀ ਕਿਹਾ ਜਾਂਦਾ, ਉਸ ਇਲਾਕੇ ਵਿੱਚ ਪਹੁੰਚਦੇ ਨੇ, ਜਿਸ ਇਲਾਕੇ ਵਿੱਚ ਸਤਿਗੁਰੂ ਨਾਮਦੇਵ ਜੀ ਮਹਾਰਾਜ ਰਹਿੰਦੇ ਨੇ। ਜਿਸ ਪਿੰਡ ਦੇ ਵਿੱਚ ਉਹ ਰਹਿੰਦੇ ਸਨ, ਉਸ ਪਿੰਡ ਨੂੰ ਨਰਸੀ ਪਿੰਡ ਦੇ ਨਾਂ ਨਾਲ ਜਾਣਿਆ ਜਾਂਦਾ। ਅੱਜ ਉਸ ਪਿੰਡ ਨੂੰ ਨਰਸੀ ਨਾਮਦੇਵ ਦਾ ਨਾਂ ਦਿੱਤਾ ਗਿਆ। ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਮੈਂ ਉਸ ਜਗ੍ਹਾ ਤੇ ਆਪ ਜਾ ਕੇ ਆਇਆ। ਸਤਿਗੁਰੂ ਨਾਮਦੇਵ ਜੀ ਮਹਾਰਾਜ ਜੀ ਦਾ ਘਰ, ਜਿਹਦੇ ਘਰ ਦੇ ਵਿਹੜੇ ਵਿੱਚ ਵੜਦਿਆਂ ਖੱਬੇ ਪਾਸੇ ਇੱਕ ਖੂਹੀ ਹੈ ਵਿਹੜੇ ਦੇ ਵਿੱਚ, ਤੇ 5-6 ਖਾਨਿਆਂ ਦਾ ਉਹ ਮਕਾਨ ਤੇ ਪਿੱਛੇ ਵਿਹੜਾ। ਉਹ ਸਤਿਗੁਰੂ ਨਾਮਦੇਵ ਜੀ ਮਹਾਰਾਜ ਉਸ ਘਰ ਵਿੱਚ ਰਹਿੰਦੇ ਸਨ। ਤੇ ਉਹ ਸਤਿਗੁਰੂ ਨਾਮਦੇਵ ਮਹਾਰਾਜ ਜੀ ਦੀ ਜਿਹੜੀ ਬਾਣੀ ਉਹਨਾਂ ਨੇ ਉਚਾਰੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਉਹਨਾਂ ਦੀ ਬਾਣੀ ਪੜ੍ਹਨ ਵਾਲੇ ਲੋਕ ਜਾਣਦੇ ਨੇ ਕਿ ਸਤਿਗੁਰੂ ਮਹਾਰਾਜ ਕਿੰਨੀ ਮਾਨਵਤਾ ਦਾ ਉਧਾਰ ਕਰਨੇ ਵਾਲੇ ਤੇ ਉਸ ਰੱਬ ਦੇ ਸੰਦੇਸ਼ ਨੂੰ ਘਰ ਘਰ ਤੱਕ ਪਹੁੰਚਾਉਣ ਵਾਲੇ ਸਤਿਗੁਰੂ ਨਾਮਦੇਵ ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਬਹੁਤ ਹੀ ਸਾਡੇ ਜੀਵਨ ਲਈ ਚਾਨਣ ਮਨਾਰਾ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜਦੋਂ ਉਸ ਜਗ੍ਹਾ ਤੇ ਪਹੁੰਚਦੇ ਨੇ ਤੇ ਉਹ ਦੇਖਦੇ ਨੇ ਕਿ ਸਤਿਗੁਰੂ ਨਾਮਦੇਵ ਮਹਾਰਾਜ ਦੇ ਮੁਖਾਰਬਨ ਤੋਂ ਉਚਾਰੀ ਹੋਈ ਬਾਣੀ ਜਿਹਨੂੰ ਲੋਕ ਉੱਥੇ ਪੜ੍ਹਦੇ ਸਨ, ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਵੀ ਉਹ ਬਾਣੀ ਪੜ੍ਹਦੇ ਸਨ, ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਤਿਗੁਰੂ ਨਾਮਦੇਵ ਮਹਾਰਾਜ ਜੀ ਦਾ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦਾ, ਸਤਿਗੁਰੂ ਸਦਨਾ ਜੀ ਦਾ, ਸਤਿਗੁਰੂ ਸੈਨ ਜੀ ਮਹਾਰਾਜ ਜੀ ਦਾ ਜ਼ਿਕਰ ਆਪਣੀ ਬਾਣੀ ਵਿੱਚ ਕੀਤਾ। ਜੋ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਦਰਜ ਹੈ ਉਹਦਾ ਜ਼ਿਕਰ ਆਉਂਦਾ, ਤੇ ਸਤਿਗੁਰੂ ਮਹਾਰਾਜ ਰਵਿਦਾਸ ਮਹਾਰਾਜ ਨੇ ਉਹ ਬਾਣੀ ਸਤਿਗੁਰੂ ਨਾਮਦੇਵ ਮਹਾਰਾਜ ਦੀ ਬਾਣੀ ਜਿਹੜੀ ਉੱਥੇ ਬੈਠ ਕੇ ਸਤਸੰਗ ਕੀਤਾ, ਤੇ ਉਹਨਾਂ ਦੀ ਜਿਹੜੀ ਬਾਣੀ ਹੈ ਉਹਨੂੰ ਕਾਨੀਬੱਧ ਕਲਮਬੱਧ ਕਰਕੇ ਗੁਰੂ ਮਹਾਰਾਜ ਜੀ ਨੇ 5 ਪੋਥੀਆਂ ਬਣਾਈਆਂ, ਜਿਹਦੇ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਆਪਣੀ ਵੀ ਬਾਣੀ ਸੀ। ਤੇ ਅੱਗੇ ਜਾ ਕੇ 1509 ਦੇ ਵਿੱਚ ਜਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬਨਾਰਸ ਜਾਂਦੇ ਨੇ, ਤੇ ਉਹ 5 ਪੋਥੀਆਂ, ਉਹ ਬਾਣੀ ਜਿਹੜੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਵੱਖਰੇ ਵੱਖਰੇ ਸਥਾਨਾਂ ਤੇ ਜਾ ਕੇ ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਇਕੱਠੀ ਕੀਤੀ ਸੀ, ਉਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਝੋਲੀ ਵਿੱਚ ਪਵਾ ਕੇ ਲੈ ਕੇ ਆਉਂਦੇ ਨੇ। ਤੇ ਉਹ ਬਾਣੀ ਜਿਹੜੀ ਇੱਦਾਂ ਇਕੱਤਰ ਕੀਤੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਤੇ ਫਿਰ ਉਹ ਇੱਕ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਆਈ ਹੈ। ਇਸ ਤਰ੍ਹਾਂ ਉਹ ਇਹ ਮਹਾਂਪੁਰਸ਼ ਜਦੋਂ ਇੱਕ ਥਾਂ ਤੋਂ ਚੱਲ ਕੇ ਦੂਸਰੀ ਥਾਂ ਜਾਂਦੇ ਨੇ, ਤੇ ਉਹਨਾਂ ਦਾ ਕਿਸੇ ਥਾਂ ਤੇ ਜਾਣ ਲਈ ਮਾਨਵਤਾ ਦਾ ਇੱਕ ਉਧਾਰ ਕਰਨਾ ਹੁੰਦਾ ਹੈ। ਸਾਰੇ ਲੋਕੀ ਜਾਣਦੇ ਨੇ ਪ੍ਰਧਾਨ ਜੀ ਕਿ ਸਤਿਗੁਰੂ ਨਾਮਦੇਵ ਮਹਾਰਾਜ ਜੀ
ਨੇ ਨੂੰ 72 ਵਾਰੀ 72 ਵਾਰੀ ਉਸ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਹੋਏ ਨੇ। ਜਿੱਥੇ ਇਹ ਜਗ੍ਹਾ ਨਰਸੀ ਨਾਮਦੇਵ ਔਂਡਾ ਨਾਗਰਾਜ ਜ਼ਿਲ੍ਹੇ ਦੇ ਵਿੱਚ ਇੱਕ ਮੰਦਿਰ ਬਣਿਆ ਹੋਇਆ ਜੋ 5,500 ਸਾਲ ਪੁਰਾਣਾ ਪਾਂਡਵਾਂ ਦਾ ਬਣਾਇਆ ਹੋਇਆ ਮੰਦਿਰ, ਜਿਹਨੂੰ ਸਤਿਗੁਰੂ ਨਾਮਦੇਵ ਮਹਾਰਾਜ ਜੀ ਨੇ ਉਸ ਮੰਦਿਰ ਦੇ ਵਿੱਚ ਜਦੋਂ ਉਹਨਾਂ ਨੂੰ ਵੜਨ ਤੋਂ ਰੋਕਿਆ ਗਿਆ ਸੀ ਤੇ ਸਤਿਗੁਰੂ ਨਾਮਦੇਵ ਮਹਾਰਾਜ ਜੀ ਨੂੰ ਉਸ ਮੰਦਿਰ ਦੇ ਪਿਛਵਾੜੇ ਧੱਕੇ ਮਾਰ ਕੇ ਸਿੱਟ ਦਿੱਤਾ ਸੀਗਾ ਤੇ ਸਤਿਗੁਰੂ ਨਾਮਦੇਵ ਮਹਾਰਾਜ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਉਹ ਕਹਿੰਦੇ ਨੇ ਹੀਨੜੀ ਜਾਤ ਮੇਰੀ ਜਾਦ ਮਰਾਇਆ ਸ਼ਿੰਬੇ ਕੇ ਜਨਮ ਕਾਹੇ ਕੋ ਆਇਆ। ਤੋ ਕਹਿੰਦੇ ਨੇ ਜੇ ਤੂੰ ਦਿਆਲ ਕਿਰਪਾਲ ਕਹੀਤ ਹੈ ਅਤ ਪੁਜ ਪਇਓ ਉਪਾਰਲਾ। ਜਦੋਂ ਰੱਬ ਅੱਗੇ ਅਰਦਾਸ ਕੀਤੀ ਤਾਂ ਫੇਰ ਕੀ ਹੋਇਆ, ਸੌਂਪ ਦਿਆ ਦਿਓਰਾ ਨਾਮੇ ਕੋ ਪੰਡਿयन को ਪਛਵਾਰਲਾ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਰਜ ਹੈ ਕਿ ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾਂ ਕੋ ਦਿਓਰਾ ਫਿਰੇ। ਮੈਂ ਉਸ ਮੰਦਿਰ ਦੇ ਵੀ ਦਰਸ਼ਨ ਕੀਤੇ ਹਨ। ਜਦੋਂ ਸਤਿਗੁਰੂ ਨਾਮਦੇਵ ਮਹਾਰਾਜ ਜੀ ਨੇ ਉਸ ਮੰਦਿਰ ਨੂੰ ਪਛਵਾੜੇ ਵੱਲ ਉਸ ਮੰਦਿਰ ਦੇ ਪਿੱਛੇ ਬੈਠ ਕੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕੀਤਾ ਤਾਂ ਸਾਥੀਓ ਉਹ ਮੰਦਿਰ ਘੁੰਮ ਕੇ ਉਹਦਾ ਜਿਹੜਾ ਦਰਵਾਜ਼ਾ ਮੁੱਖ ਦੁਆਰ ਸਤਿਗੁਰੂ ਨਾਮਦੇਵ ਵੱਲ ਨੂੰ ਹੋ ਗਿਆ ਸੀਗਾ। ਜਦੋਂ ਉਹ ਹਜੇ ਵੀ ਉੱਦਾਂ ਹੀ ਆ, ਜਿਹੜੀ ਘਟਨਾ ਇਹ ਸਾਰੀ ਗੁਰੂ ਗ੍ਰੰਥ ਸਾਹਿਬ 'ਚ ਗੁਰਬਾਣੀ ਦੇ ਰੂਪ 'ਚ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਹਾਂਜੀ ਪ੍ਰਧਾਨ ਜੀ। ਹਾਂਜੀ ਪਿਆਰੇ ਦਰਸ਼ਕੋ, ਇਸ ਤੋਂ ਬਾਅਦ ਸਤਿਗੁਰੂ ਜੀ ਆਪਣੀ ਕੀਰਤਨ ਮੰਡਲੀ ਦੇ ਨਾਲ ਨਰਸੀ ਨਾਮਦੇਵ ਤੋਂ ਦੇਵਗਿਰੀ ਪਹੁੰਚੇ, ਜਿਸ ਨੂੰ ਸ਼ਹਿਨਸ਼ਾਹ ਮੁਹੰਮਦ ਤੁਗਲਕ ਨੇ 1327 ਵਿੱਚ ਆਪਣੀ ਰਾਜਧਾਨੀ ਬਣਾਇਆ ਸੀ ਤੇ ਇਸ ਦਾ ਨਾਮ ਦੌਲਤਾਬਾਦ ਰੱਖ ਦਿੱਤਾ। ਸੂਫੀ ਰਿਹਾਇਸ਼ ਲਈ ਰਾਜੇ ਦੇ ਵਿਸ਼ਾਲ ਕਿਲੇ ਵਿੱਚ ਸੂਫੀਆਂ ਦਾ ਇੰਤਜ਼ਾਮ ਕੀਤਾ ਗਿਆ। ਪਰ ਦੇਖੋ, ਅੱਲਾ ਦੀ ਬੰਦਗੀ ਕਰਨ ਵਾਲੇ ਬੰਦਿਸ਼ ਪਸੰਦ ਨਹੀਂ ਕਰਦੇ ਔਰ ਦੌਲਤਾਬਾਦ ਤੋਂ 6 ਕਿਲੋਮੀਟਰ ਬਾਹਰ ਇੱਕ ਬੜੀ ਹੀ ਰਮਣੀਕ ਵਾਦੀ ਵਿੱਚ ਰੋਜ਼ਾ, ਜਿਸ ਨੂੰ ਬਾਗੇ ਬਹਿਸ਼ਤ ਕਿਹਾ ਜਾਂਦਾ ਸੀ, ਉੱਥੇ ਡੇਰਾ ਜਮਾਇਆ। ਸਾਰੀਆਂ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਗਿਆ। ਉਸ ਸਮੇਂ ਦੌਲਤਾਬਾਦ ਤੇ ਰਾਜ ਮੁਹੰਮਦ ਸ਼ਾਹ ਬਾਹਮਣੀ ਦੂਜਾ ਦਾ ਰਾਜ ਸੀਗਾ। ਇਸ ਦਾ ਪ੍ਰਧਾਨ ਮੰਤਰੀ ਮਹਿਮੂਦ ਗਵਾਹ ਬਹੁਤ ਆਲਮ ਫਾਜ਼ਲ ਅਤੇ ਧਾਰਮਿਕ ਰੁਚੀਆਂ ਵਾਲਾ ਵਿਅਕਤੀ ਸੀ ਔਰ ਮਖਦੂਮ ਸੈਯਦ ਜ਼ਿਆਉਦੀਨ ਬਾਈਬਾਨੀ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਮਹਿਮਾ ਸੁਣੀ ਸੀ, ਉਹਨਾਂ ਤੋਂ ਬਹੁਤ ਪ੍ਰਭਾਵਿਤ ਸੀ। ਹਾਂਜੀ हेलो, हाँ जी जय गुरुदेव जी, कौन सा बोल रहे जी? हाँ जी जय गुरुदेव, धन गुरुदेव, जय भीम जी। सर जी बिट्टू बोल रहे हैं मोड़ी वाला ग्रीस ਤੋਂ जी। हाँ जी बिट्टू जी, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ, ਥੈਂਕ ਯੂ ਜੀ। ਕਿੱਦਾਂ ਜੀ, ਠੀਕ ਹੋ? ਬਹੁਤ ਸੋਹਣਾ ਲੱਗਦਾ ਤੁਹਾਡਾ ਪ੍ਰੋਗਰਾਮ, ਜਦੋਂ ਤੁਸੀਂ ਆਉਂਦੇ ਹੋ ਦਿਲ ਬਾਗੋ ਬਾਗ ਹੋ ਜਾਂਦਾ। ਵੀਰਵਾਰ ਅੜੀਕੀ ਦਾ ਵੀ ਕਰੋ। ਥੈਂਕ ਯੂ ਜੀ, ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਹੁਣ ਵੀ ਨਾਈਟ ਡਿਊਟੀ ਸੀ, ਚੱਲੇ ਸੀ, ਮੈਂ ਕਿਹਾ ਚਲੋ 5 ਮਿੰਟ ਗੱਲ ਕਰ ਜਾਂਦੇ ਆ। ਨਹੀਂ, ਬਹੁਤ ਵਧੀਆ ਜੀ, ਤੁਹਾਡਾ ਬਹੁਤ ਧੰਨਵਾਦ ਜੀ। ਤੇ ਤੁਸੀਂ ਬੜਾ ਮਾਣ ਸਤਿਕਾਰ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਜਿਹੜੇ ਤੁਸੀਂ ਸਾਡੀ ਕੌਮ ਨੂੰ ਜਾਗਰਤ ਕਰ ਰਹੇ ਆ। ਹਾਂਜੀ ਕੋਈ ਨਹੀਂ ਜੀ, ਅਸੀਂ ਇਹ ਚੀਜ਼ ਸਾਨੂੰ ਚਾਹੀਦੀ ਹੈ। ਜਾਗਰਤ ਹੋਣ ਲਈ ਸਾਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਆ। ਬਿਲਕੁਲ ਜੀ, ਬਿਲਕੁਲ। ਕਿਉਂ ਜੇ ਤੁਹਾਡੇ ਕੋਲ ਨੌਲੇਜ ਆਵੇਗੀ, ਤੁਸੀਂ ਕਿਸੇ ਵੀ ਮੀਡੀਆ ਤੇ ਕਿਸੇ ਬੋਲ ਨਹੀਂ ਸਕਦੇ ਜਾਂ ਤੁਹਾਨੂੰ ਨੌਲੇਜ ਹੈ ਨਹੀਂ ਗੀ। ਹਾਂਜੀ ਇਹ ਤਾਂ ਗੱਲ ਹੈ। ਕਿਉਂਕਿ ਸਾਡੇ ਸਮਾਜ 'ਚ ਆਪਣੇ ਬਹੁਤ ਮਾੜੀ ਆਦਤ ਹੈ ਕਿ ਨੌਲੇਜ ਜਿਹੜੀ ਲੈਂਦੇ ਹੀ ਨਹੀਂ। ਹਾਂਜੀ, ਬਸ ਫਿਰ ਉਹ ਕਿਸੇ ਮੂਹਰੇ ਗੱਲ ਨਹੀਂ ਆਉਂਦੀ। ਬਿਲਕੁਲ ਜੀ, ਤਾਂ ਨੌਲੇਜ ਵੀ ਬਹੁਤ ਜ਼ਰੂਰੀ ਹੈ ਬਾਣੀ ਬਾਰੇ। ਦੇਖੋ ਜੀ ਬਿੱਟੂ ਜੀ, ਤੁਸੀਂ ਜਿਹੜੀ ਗੱਲ ਕਰਦੇ, ਗੁਰੂ ਮਹਾਰਾਜ ਬਾਰੇ ਇਤਿਹਾਸ ਬਹੁਤ ਲਿਖਿਆ ਹੋਇਆ। ਹੁਣ ਅਸੀਂ ਜਦੋਂ ਇਸ ਪਾਸੇ ਨੂੰ ਚੱਲੇ ਆ ਤਾਂ ਅਸੀਂ ਧਿਆਨ ਨਹੀਂ ਦਿੱਤਾ। ਉਹ ਹੁਣ ਇਤਿਹਾਸ ਹੌਲੀ ਹੌਲੀ ਇਕੱਠਾ ਹੋ ਰਿਹਾ ਤੇ ਬਸ ਛੇਤੀ ਉਹ ਸਾਰਾ ਇਤਿਹਾਸ ਇਕੱਠਾ ਕਰਕੇ ਇੱਕ ਉਹਦੀ ਜਿਹੜੀ ਇੱਕ ਕਿਤਾਬ ਬਣੂਗੀ। ਤੇ ਅਸੀਂ ਇੱਕ ਹੋਰ ਵੀ ਕੰਮ ਕਰ ਰਹੇ ਹਾਂ, ਅਸੀਂ ਇੱਕ ਡਾਕੂਮੈਂਟਰੀ ਬਣਾ ਰਹੇ ਹਾਂ। ਆ ਜਿਹੜੀਆਂ ਜਗ੍ਹਾ ਜਿੱਥੇ ਸਤਿਗੁਰੂ ਦਾਸ ਜੀ ਮਹਾਰਾਜ ਜੀ ਗਏ ਨੇ, ਉਸ ਡਾਕੂਮੈਂਟਰੀ ਨੂੰ ਵੀ ਨਾਲ ਅਸੀਂ ਦਿਖਾਵਾਂਗੇ। ਕਿਉਂਕਿ ਜਦੋਂ ਅਸੀਂ ਕਿਸੇ ਜਗ੍ਹਾ ਦੀ ਗੱਲ ਕਰਦੇ ਹਾਂ
ਤੇ ਹਾਂਜੀ, ਜੇ ਉਸ ਨਾਲ ਜਗ੍ਹਾ ਨੂੰ proof ਹੋਣਾ ਦਿਖਾਇਆ ਜ਼ਰੂਰੀ ਹੈ। ਜਾਵੇ ਨਾਲ ਤਾਂ ਫਿਰ ਹੋਰ ਵੀ ਮਨ ਖੁਸ਼ ਹੁੰਦਾ। ਉਹ ਸੋਨੇ ਪੇ ਸੁਹਾਗਾ ਹੋ ਜਾਂਦਾ ਜੀ, ਹਾਂਜੀ ਹਾਂਜੀ ਤੇ ਸੋਨੇ ਪੇ ਸੁਹਾਗੇ ਵਾਲੀ ਗੱਲ ਆ ਜੀ। ਹਾਂਜੀ ਉਹ ਅਸੀਂ ਛੇਤੀ ਕਰ ਰਹੇ ਹਾਂ ਜੀ, ਹੁਣ ਉਹਦੇ ਤੇ ਸਾਡਾ ਪ੍ਰੋਜੈਕਟ ਚੱਲ ਰਿਹਾ, ਗੱਲਬਾਤ ਹੋ ਚੁੱਕੀ ਆ ਤੇ ਅਸੀਂ ਉਹ ਡਾਕੂਮੈਂਟਰੀ ਜਿਹੜੀ ਉਹ ਨਾਲੋਂ ਨਾਲ ਬਣਾ ਕੇ ਹੋ ਸਕਦਾ ਅਸੀਂ ਕੋਸ਼ਿਸ਼ ਆ ਸਾਡੀ ਐਤਕੀ ਸਤਿਗੁਰੂ ਮਹਾਰਾਜ ਦੇ ਗੁਰਪੁਰਬ ਤੱਕ ਅਸੀਂ ਕੁਛ ਨਾ ਕੁਛ ਜ਼ਰੂਰ ਉਹਦੇ ਡਾਕੂਮੈਂਟਰੀ ਬਣਾ ਕੇ ਵਧੀਆ ਤਰੀਕੇ ਨਾਲ ਦਿਖਾਈ ਜਾਵੇਗੀ। ਠੀਕ ਹੈ ਜੀ। ਹਾਂਜੀ ਹਾਂਜੀ ਸਾਰੇ ਦਰਸ਼ਕਾਂ ਨੂੰ ਮੈਂ ਬਾਕੀ ਤੁਹਾਡੀ ਦੱਸਣਾ ਸਾਰੀ ਟੀਮ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਜੀ, ਜਿਹੜਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ। ਥੈਂਕ ਯੂ ਜੀ, Thank you, ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਬਿੱਟੂ ਜੀ। ਉਹ ਜੈ ਗੁਰਦੇਵ ਜੀ। ਹਾਂਜੀ ਸਾਰੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜੋ ਅਸੀਂ ਕਰ ਰਹੇ ਹਾਂ, ਜਿਸ ਨੂੰ ਅਸੀਂ ਆਪਾਂ ਇੰਗਲਿਸ਼ 'ਚ ਕਹਿੰਦੇ ਕਿ ਅਸੀਂ ਤਾਂ ਸਿਰਫ ਸਰਫੇਸ ਨੂੰ ਸਕ੍ਰੈਚ ਕਰ ਰਹੇ ਹਾਂ। ਹਾਂਜੀ ਇਹ ਜੋ ਅਸਲੀ ਕੰਮ ਰਿਸਰਚ ਦਾ ਕੰਮ ਆ, ਉਹ PhD ਸਕਾਲਰ ਜਿਹੜੇ ਰਿਸਰਚਰਸ ਹਨ ਉਹ ਡੀਟੇਲ ਦੇ ਵਿੱਚ ਇਹਨੂੰ ਕਰਨਗੇ ਸਹੀ ਤਰੀਕੇ ਦੇ ਨਾਲ, ਤੇ ਉਹ ਫਿਰ ਜਿਹੜੀ ਸੱਚਾਈ ਹੈ ਉਹ ਸਾਰਿਆਂ ਦੇ ਸਾਹਮਣੇ ਆਏਗੀ। ਤੇ ਕਾਲ ਤੋਂ ਪਹਿਲਾਂ ਮਖਦੂਮ ਸੈਯਦ ਜ਼ਿਆਉਦੀਨ ਬਾਬਾਣੀ ਦਾ ਮੈਂ ਜ਼ਿਕਰ ਕੀਤਾ ਸੀ। ਕੇਸ਼ਵ ਸਾਹਿਬ ਤੁਸੀਂ ਕੁਛ ਚਰਚਾ ਪਾਓ, ਉਹਨਾਂ ਨੇ ਸਤਿਗੁਰੂ ਦੇ ਨਾਲ ਮਿਲੇ, ਕਿਸ ਤਰ੍ਹਾਂ ਉਹਨਾਂ ਤੋਂ ਪ੍ਰਭਾਵਿਤ ਹੋਏ। ਦੇਖੋ ਥੈਂਕ ਯੂ ਪ੍ਰਧਾਨ ਜੀ, ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਜੈ ਗੁਰਦੇਵ। ਦੇਖੋ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੇ ਆਪਣੇ ਮਰਹੂਮ ਮਖਦੂਮ ਸੈਯਦ ਸੈਯਦ ਜ਼ਿਆਉਦੀਨ ਦੀ ਉੱਥੇ ਉਹਨਾਂ ਜਿਨ੍ਹਾਂ ਨੇ ਕਿ ਆਪਣੀ ਰਾਜਧਾਨੀ ਬਦਲੀ ਸੀ, ਔਰ ਉਸ ਦੇ ਵਿੱਚ ਆਪਣੇ ਦੌਲਤਾਬਾਦ ਦੇ ਵਿੱਚ ਉਹ 1400 ਸੂਫੀ ਫਕੀਰ ਸੰਤਾਂ ਨੂੰ ਆਪਣੇ ਨਾਲ ਲੈ ਕੇ ਆਏ ਸਨ। ਆਪ ਨੂੰ ਪਤਾ ਹੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਬਲੀ ਪੀਰ ਔਲੇ ਹੁੰਦੇ ਹਨ ਉਹ ਕਿਸੇ ਬੰਦਸ਼ਾਂ ਦੇ ਮੁਹਤਾਜ ਨਹੀਂ ਹੁੰਦੇ ਹਨ। ਬੰਦ ਜਗ੍ਹਾ 'ਚ ਨਹੀਂ। ਹਾਂਜੀ ਉਹਨਾਂ ਨੇ ਆਪਣੇ ਕੋਲ ਲਈ ਹਾਂਜੀ ਲੈ ਲਈਏ। ਹੈਲੋ ਹਾਂਜੀ ਜੈ ਗੁਰਦੇਵ ਜੀ। ਹਾਂਜੀ ਕੌਣ ਸਾਹਿਬ ਬੋਲ ਰਹੇ ਜੀ? ਜੈ ਗੁਰਦੇਵ ਅਮਰੀਕ ਭਾਜੀ, ਮੈਂ ਰਾਜਮਾਨ ਬੋਲਦਾ। ਹਾਂਜੀ ਹਾਂਜੀ ਮਾਨਕ ਜੀ, ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ, ਕਿੱਦਾਂ ਜੀ? ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਆ, ਮੈਸੇਜ ਬਹੁਤ ਵਧੀਆ ਜਾ ਰਿਹਾ। ਥੈਂਕ ਯੂ ਜੀ, ਥੈਂਕ ਯੂ, Thank you. ਮਿਹਰਬਾਨੀ ਜੀ। ਮੈਂ ਅਮਰੀਕ ਸਾਹਿਬ ਭਾਜੀ ਨਾਲ ਬੇਨਤੀ ਕਰਨਾ ਚਾਹੁੰਦਾ ਕਿ ਮਾੜਾ ਜਿਹਾ ਨਾ ਜਿਹੜਾ ਰਾਮਗੜ੍ਹ ਹੋ ਰਿਹਾ, ਜਿਹੜਾ ਰਾਮਪੁਰ ਤੋਂ ਰਾਮਗੜ੍ਹ ਜਿਹੜਾ ਸਿਵਲ ਇੰਡੀਆ ਦੇ ਵਿੱਚ ਉਹ ਮਨੀਪੁਰ। ਉਹਦੇ ਲਈ ਵੀ ਪਲੀਜ਼ ਹਾਂਜੀ ਆਪਾਂ ਪ੍ਰੋਜੈਕਟ ਲਈ ਤਿਆਰੀ ਕਰਦੇ ਹਾਂ, ਜਲਦੀ ਆਪਾਂ ਤਰੀਕ ਦੱਸ ਦਿੰਦੇ। ਅੱਛਾ ਜੀ ਹਾਂਜੀ ਬੇਨਤੀ ਆ ਵੀ ਤੁਸੀਂ ਟਾਈਮ ਕੱਢ ਕੇ ਜਦੋਂ ਵੀ ਤੁਹਾਡਾ ਸੂਟ ਲੱਗਾ ਉਹਦੇ ਕੋਈ ਵੀ ਥੋੜੀ ਚੱਲਣੀ ਪਾਓ, ਸਾਰੇ ਆਪਣੇ ਲੋਕਾਂ ਦੀ, ਸਾਰੇ ਪਾਰਲੀਮੈਂਟ ਵਿੱਚ ਵੀ ਹੋ ਗਿਆ ਤੇ ਜਰਮਨ 'ਚ ਵੀ ਹੋ ਗਿਆ। ਅੱਛਾ ਜੀ ਠੀਕ ਹੈ ਜੀ। ਹਾਂਜੀ ਆਪਾਂ ਸੰਗਤਾਂ ਦਾ ਧਿਆਨ ਉੱਧਰ ਵੀ ਲਗਾਈਏ ਆਪਾਂ ਸਾਰੇ ਨਾਲ ਮਿਲ ਕੇ। ਬਹੁਤ ਵਧੀਆ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਜੀ। ਥੈਂਕ ਯੂ ਜੀ Thank ਮਾਨਕ you. ਸਾਹਿਬ, ਤੁਹਾਡਾ ਧੰਨਵਾਦ ਜੀ। ਹਾਂਜੀ ਸੌਰੀ ਹਾਂਜੀ ਕੇਸ਼ਵ ਸਾਹਿਬ। ਹਾਂਜੀ ਪ੍ਰਧਾਨ ਜੀ, ਉਹਨਾਂ ਦੇ ਜੋ ਮੌਲਾਨਾ ਫਰਦੀ ਖਵਾਜਾ ਹੁਸੈਨ ਸ਼ੇਖ ਹੁਸੈਨ ਦਾਊਦ ਸਾਹਿਬ ਜਲਾਲ ਮੁਖਤਰ ਬੰਦ ਖਾਂ, ਇਹ ਸਾਰੇ ਜੋ ਉਹਨਾਂ ਦੇ ਸੂਫੀ ਫਕੀਰ ਸਨ, ਇਹਨਾਂ ਦੇ ਸੈਯਦ ਜ਼ਿਆਉਦੀਨ ਬਾਈਵਾਨੀ ਸੰਤ ਵੀ ਇੱਕ ਉੱਘਾ ਸਹਿਯੋਗੀ ਸੀ। ਉਹ 1456 ਈਸਵੀ ਵਿੱਚ ਕੋਲ ਲੈ ਲਈ। ਹਾਂਜੀ ਕੋਲ ਲਈ। ਹੈਲੋ ਹਾਂਜੀ ਜੈ ਗੁਰਦੇਵ ਜੀ, ਕੌਣ ਸਾਹਿਬ ਬੋਲ ਰਹੇ ਜੀ? ਜੈ ਗੁਰਦੇਵ ਜੀ, ਜੈ ਗੁਰਦੇਵ ਜੀ। ਹਾਂਜੀ ਮੈਂ ਇੱਥੋਂ ਬੋਲ ਰਿਹਾ ਜੀ, ਗੁਰਦੇਵ ਆਪਣੇ ਇੱਧਰੋਂ ਯੋਗਸਰ ਤੋਂ। ਇਹ ਆਪਣੀ ਕਿਹੜੀ ਜਗ੍ਹਾ ਜਿਹੜੀ ਜਿੱਥੇ ਸਾਹਿਬ ਸ਼੍ਰੀ ਰਵਿਦਾਸ ਜੀ, ਕਬੀਰ ਸਾਹਿਬ ਜੀ ਤੇ ਗੁਰੂ ਨਾਨਕ ਦੇਵ ਜੀ ਮਿਲੇ ਹੈ, ਜਿਹੜੀ ਜਗ੍ਹਾ ਉਹ ਕਿਹੜੀ ਜਗ੍ਹਾ ਜੀ, ਕੀ ਨਾਮ ਜਗ੍ਹਾ ਦਾ? ਗੁਰੂ ਨਾਨਕ ਦੇਵ ਜੀ, ਕਬੀਰ ਸਾਹਿਬ ਜਿਹੜੇ ਸਤਿਗੁਰੂ ਨਾਨਕ ਦੇਵ ਜੀ, ਸਤਿਗੁਰੂ ਰਵਿਦਾਸ ਜੀ ਮਹਾਰਾਜ ਬਨਾਰਸ ਵਿੱਚ ਤੀਸਰੀ ਮੁਲਾਕਾਤ ਹੋਈ ਹੈ ਜੀ। ਬਨਾਰਸ ਵਿੱਚ? ਹਾਂਜੀ ਹਾਂਜੀ ਬਨਾਰਸ ਵਿੱਚ ਤੀਸਰੀ ਮੁਲਾਕਾਤ ਹੋਈ ਹੈ ਜੀ। ਅੱਛਾ ਜੀ। ਹਾਂਜੀ ਜਿਹੜੀ ਪਹਿਲੀ ਮੁਲਾਕਾਤ ਨਨਕਾਣਾ ਸਾਹਿਬ, ਦੂਸਰੀ ਜਿਹੜੀ ਮੁਲਾਕਾਤ ਉਹ ਸੁਲਤਾਨਪੁਰ ਲੋਧੀ ਪੰਜਾਬ, ਤੇ ਤੀਸਰੀ ਜਿਹੜੀ ਮਿਲਣੀ ਆ ਸਤਿਗੁਰੂ ਨਾਨਕ ਦੇਵ ਮਹਾਰਾਜ ਤੇ ਗੁਰੂ ਰਵਿਦਾਸ ਮਹਾਰਾਜ ਦੀ, ਇਹ ਬਨਾਰਸ ਵਿੱਚ ਹੋਈ ਹੈ ਜੀ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਤੋਂ ਜਿਹੜੀ ਗੁਰਬਾਣੀ ਲਈ ਆ, ਜਿਨ੍ਹਾਂ ਦੀ ਪੋਥੀਆਂ ਦੀ ਗੱਲ ਕਰਕੇ ਹਟਿਆ ਸੀ ਤੁਹਾਡੇ ਨਾਲ। ਹਾਂਜੀ ਦੂਜੀ ਮੁਲਾਕਾਤ ਸੁਲਤਾਨਪੁਰ ਲੋਧੀ ਤੇ ਪਹਿਲੀ ਕਿੱਥੇ ਜੀ? ਨਨਕਾਣਾ ਸਾਹਿਬ ਜੀ। ਅੱਛਾ ਨਨਕਾਣਾ ਸਾਹਿਬ ਜੀ। ਹਾਂਜੀ ਸਿਗਰਿਆ ਜੀ ਮੈਂ ਫਲਾਈ ਸਾਹਿਬ ਜੀ ਜਿਹੜੀ ਸਤਿਗੁਰੂ ਇਹ ਨਾਨਕ ਮਤਲਬ ਥੋੜਾ ਜਿਹਾ ਇਸ ਦੇ ਉੱਤੇ ਜਰਨਾ ਪਾਇਓ ਕਿ ਤੁਸੀਂ ਆਮ ਤੌਰ ਤੇ ਮੈਨੂੰ ਬਹੁਤ ਸੋਹਣਾ ਲੱਗਦਾ ਹੈ, ਸਾਡੇ ਘਰ ਦੇ ਨਾਲ ਵੈਸੇ ਰਵਿਦਾਸ ਭਵਨ ਹੈ ਬਿਲਕੁਲ ਇੰਡੀਆ ਦੇ ਵਿੱਚ। ਅੱਛਾ ਜੀ। ਮੈਨੂੰ ਤਾਂ ਇੱਥੇ 60 ਸਾਲ ਹੋ ਗਏ ਇਹਨੂੰ। ਓਕੇ ਜੀ। ਤੇ ਜਦੋਂ ਮੈਂ 5 ਗੁਰਦੁਆਰੇ ਵੈਸੇ ਜਦੋਂ ਨਿਕਲਦਾ ਨਾ, ਸਤਿਗੁਰੂ ਰਵਿਦਾਸ ਜੀ ਲਿਖਿਆ ਫੋਟੋ ਦੇ ਉੱਪਰ, ਮੈਨੂੰ ਬਹੁਤ ਸੋਹਣਾ ਲੱਗਦਾ ਹੈ। ਹਾਂਜੀ ਕਿਉਂਕਿ
ਕਿਉਂਕਿ ਗੁਰਬਾਣੀ ਕਹਿੰਦੀ ਹੈ ਨਾ, ਚਰਨ ਸ਼ਰਨ ਗੁਰੂ ਏਕ ਪਿੰਡਾ ਜਾਏ ਚੱਲ, ਸਤਿਗੁਰੂ ਕੋਟ ਪਿੰਡਾ ਆਗੇ ਹੋਏ ਨੇਤਾ। ਬਿਲਕੁਲ ਜੀ, ਬਿਲਕੁਲ। ਸਤਿਗੁਰੂ ਕੁਛ ਹੋਰ ਚੀਜ਼ ਹੈ, ਗੁਰੂ ਕੁਛ ਹੋਰ ਚੀਜ਼ ਹੈ, ਅੱਗੇ ਦੋਨੋਂ ਹੀ ਬਹੁਤ ਮਹੱਤਵਪੂਰਨ। ਅੱਛਾ, ਅਸੀਂ ਇਹਨਾਂ ਬਹਿਸ ਮੁਬਾਸਾਂ 'ਚ ਪੈ ਜਾਂਦੇ ਹਾਂ ਕਿ ਨਹੀਂ ਜੀ ਇਹ ਗੁਰੂ ਸਤਿਗੁਰੂ ਕਿਉਂ ਕਿਹਾ, ਗੁਰੂ ਕਿਉਂ ਨਹੀਂ ਕਿਹਾ, ਇਸ ਤਰ੍ਹਾਂ ਕਰਕੇ। ਗੁਰਬਾਣੀ ਭਾਈ ਸਾਹਿਬ ਬੋਲ ਰਹੇ ਹੋ ਜਿਹੜੇ ਹਾਂਜੀ ਸੈਂਟਰ 'ਚ ਬੈਠੇ ਹੋ। ਹਾਂਜੀ, ਦੇਖੋ ਜੀ, ਮੈਂ ਸਾਈਡ ਤੇ ਜਿਹੜਾ ਬੈਠਾ, ਜਿਹੜੇ ਦੇਖੋ, ਜਿਹੜੀ ਅਸੀਂ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ, ਜਿਨ੍ਹਾਂ ਦੀ ਬਾਣੀ, ਜਿਨ੍ਹਾਂ ਦੀ ਏਕ ਓਂਕਾਰ ਸਤਿਗੁਰ ਪ੍ਰਸਾਦ। ਹਾਂ ਬਿਲਕੁਲ, ਜਿਹੜਾ ਸਤਿਗੁਰ, ਜਿਹੜਾ ਗੁਰੂ ਗ੍ਰੰਥ ਸਾਹਿਬ ਆ, ਇਹ ਸਤਨਾਮ ਤੋਂ ਸ਼ੁਰੂ ਹੁੰਦਾ। ਬਿਲਕੁਲ, ਹਾਂਜੀ ਹਾਂਜੀ, ਕਿਉਂਕਿ ਇਹ ਕਹਿੰਦੇ ਆ ਕਿ ਇਹ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ, ਜਿਨ੍ਹਾਂ ਦੇ ਸਤਿਪੁਰਖ ਨੂੰ, ਅਕਾਲ ਪੁਰਖ ਨੂੰ ਜਾਣਿਆ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਆਈ ਆ। ਜੇ ਉਹ ਸਤਿਪੁਰਖ ਨੂੰ ਨਹੀਂ ਜਾਣਿਆ ਤਾਂ ਫਿਰ ਉਹਨਾਂ ਦੀ ਬਾਣੀ ਨਹੀਂ ਆ ਸਕਦੀ। ਆਪਣੇ ਅੰਦਰ ਇਹਨਾਂ ਨੇ ਪ੍ਰਗਟ ਲਿਆ। ਬਿਲਕੁਲ ਜੀ, ਉਹ ਉਹਦਾ ਰੂਪ ਹੋ ਗਿਆ। ਅਸੀਂ ਕਹਿੰਦੇ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਹਾਂਜੀ, ਇਹ ਸਤਿਗੁਰ ਬਾਜ ਕੱਚੀ ਹੈ ਬਾਣੀ, ਕੱਚੀ ਬਾਣੀ ਸਤਿਗੁਰ ਬਾਜੋ। ਬਿਲਕੁਲ ਜੀ। ਹੁਣ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਕੱਚੀ ਤਾਂ ਹੈ ਨਹੀਂ, ਫਿਰ ਉਹ ਜਿਹੜੀ ਜੇ ਬਾਣੀ ਸਤਿਗੁਰੂ ਹੈ ਨਹੀਂ ਤੁਹਾਡੇ ਨਾਲ ਤਾਂ ਫਿਰ ਤੁਹਾਨੂੰ ਸਮਝ ਨਹੀਂ ਆਉਣੀ, ਵਿੱਚ 1000 ਸਾਲ ਪੜ੍ਹੀ ਜਾਓ। ਹਾਂਜੀ, ਇਹ ਬਿਲਕੁਲ ਗੱਲ ਸੱਚੀ ਹੈ ਜੀ। ਜਿਹੜੇ ਲੋਕ ਇਹਨੂੰ ਸਮਝ ਨਹੀਂ ਸਕਦੇ, ਉਹ ਹਜੇ ਵੀ ਉਹ ਗੁਰਬਾਣੀ ਨੂੰ ਸਮਝਣ ਦੇ ਕਾਬਿਲ ਨਹੀਂ ਹੋਏ। ਇਹ ਆਪਣਾ ਨਾਂ ਕੀ ਹੈ ਜੀ? ਆਪਣਾ ਅਮਰੀਕ ਪਲਾਹੀ ਜੀ ਮੇਰਾ ਨਾਮ। ਅਮਰੀਕ ਪਲਾਹੀ। ਅਮਰੀਕ ਇਲਾਹੀ ਪਲਾਹੀ ਜੀ ਮੇਰਾ ਪਿੰਡ ਆ। ਉਹ ਪਲਾਹੀ ਇਸ ਫੋਰਡ ਦੇ ਕੋਲ। ਹਾਂਜੀ, ਅਮਰੀਕ ਪਲਾਹੀ, ਠੀਕ ਹੈ ਜੀ। ਹਾਂਜੀ, ਤੁਸੀਂ ਨੰਬਰ ਫਿਰ ਕਿਤੇ ਵਿਚਾਰ ਕਰਨੀ ਪੈ ਜਾਂਦੀ। ਤੁਸੀਂ ਸਾਡੇ ਕੋਲ ਕਾਲਾਂ ਵੇਟਿੰਗ 'ਚ ਆ ਰਹੀਆਂ ਜੀ, ਤੁਸੀਂ ਥੋੜੇ ਚਿਰ ਬਾਅਦ ਆਪਣਾ ਨੰਬਰ ਉੱਥੇ ਲਿਖਾ ਦਿਓ, ਮੈਂ ਤੁਹਾਨੂੰ ਫੋਨ ਕਰਦਾ ਜੀ। ਇਹ ਪ੍ਰੋਗਰਾਮ ਕਿੱਥੋਂ ਪ੍ਰੈਜ਼ੈਂਟ ਕਰਦੇ ਹੋ ਤੁਸੀਂ ਜੀ? ਬੈਡਫੋਰਡ ਤੋਂ? ਨਹੀਂ ਜੀ, ਅਸੀਂ ਬਰਮਿੰਘਮ ਤੋਂ। ਹਾਂ ਜੀ, ਬੈਡਫੋਰਡ ਵੀ ਕਮਿਊਨਿਟੀ ਬਹੁਤ ਹੈ ਨਾ, ਮਤਲਬ ਜਾਂਦੇ ਨਹੀਂ ਰਹੀ। ਬਿਲਕੁਲ ਜੀ, ਤੁਸੀਂ ਚਲੋ ਠੀਕ ਹੈ, ਤੁਸੀਂ ਆਪਣਾ ਨੰਬਰ ਤੇ ਨਾਲ ਲਿਖਾ ਦਿਓ, ਤੁਹਾਨੂੰ ਫੋਨ ਕਰਦੇ ਹਾਂ ਜੀ। ਥੈਂਕ ਯੂ। ਹਾਂਜੀ, ਥੈਂਕ ਯੂ ਜੀ। ਹਾਂਜੀ, ਰੂਪਲਾਲ ਜੀ, ਤੁਸੀਂ ਸਤਿਗੁਰ ਜਦੋਂ ਹਾਂਜੀ ਪ੍ਰਧਾਨ ਜੀ, ਸਤਿਗੁਰ ਮਹਾਰਾਜ ਜੀ ਇੱਥੋਂ ਆਪਣਾ ਪ੍ਰਚਾਰ ਤੇ ਪ੍ਰਸਾਰ ਸੰਗਤ ਨਾਲ ਕਰਦੇ ਹੋਏ ਅਖੀਰ ਭਗਤੀ ਦੇ ਪ੍ਰੇਮਾਂ ਦਾ ਸੰਦੇਸ਼ ਦਿੰਦੇ ਹੋਏ 1476 ਈਸਵੀ ਵਿੱਚ ਦੌਲਤਾਬਾਦ ਪਹੁੰਚ ਜਾਂਦੇ ਹਨ, ਜਿੱਥੇ ਕਿ ਆਪਣੀ ਭੁੱਲ ਬਖਸ਼ਾਉਣ ਲਈ ਗੁਰੂ ਰਵਿਦਾਸ ਜੀ ਕੋਲ ਦੌਲਤਾਬਾਦ ਵਿਖੇ ਜੋ ਕਾਲ ਲੈ ਲਈਏ ਜੀ ਆਪਾਂ। ਹੈਲੋ, ਹਾਂਜੀ, ਜੈਗਦੇਵ ਜੀ, ਕੌਣ ਸਾਹਿਬ ਬੋਲ ਰਹੇ ਜੀ? ਮਿੱਕਾ ਜੀ, ਕੀ ਹਾਲ ਚਾਲ ਹੈ ਭਾਜੀ? ਹਾਂਜੀ ਭਾਜੀ, ਜੈਗਦੇਵ ਜੀ, ਤੁਹਾਡਾ ਪ੍ਰੇਮ ਜੀ ਨੂੰ, ਰੂਪਲਾਲ ਜੀ ਨੂੰ, ਤਿੰਨੇ ਭਰਾਵਾਂ ਨੂੰ ਜੈ ਗੁਰਦੇਵ। ਧੰਨ ਗੁਰਦੇਵ ਜੀ, ਬਹੁਤ ਧੰਨਵਾਦ ਜੀ ਤੁਹਾਡਾ। ਹਾਂਜੀ, ਜੋ ਤੁਸੀਂ ਕੰਮ ਕਰ ਰਹੇ ਆ ਬਹੁਤ ਅੱਛਾ ਕਰ ਰਹੇ ਆ। ਥੈਂਕ ਯੂ ਜੀ। ਆਪਣੇ ਵੱਲੋਂ ਜਿਹੜੀ ਡਾਕੂਮੈਂਟਰੀ ਤੁਸੀਂ ਬਣਾ ਰਹੇ ਆ ਨਾ, ਹਾਂਜੀ, ਮੇਰੇ ਵੱਲੋਂ ਗੁਪਤ ਸੇਵਾ ਇੱਥੇ ਲਿਖ ਲਓ। ਥੈਂਕ ਯੂ ਜੀ, ਤੁਹਾਡਾ ਬਹੁਤ ਧੰਨਵਾਦ ਜੀ। ਤੁਸੀਂ ਕੈਸ਼ੀਅਰ ਸਾਹਿਬ ਲਿਖ ਲਓ ਜੀ। ਇਹਨਾਂ ਦਾ ਨਾਮ ਪ੍ਰੇਮ ਕੁਮਾਰ। ਹਾਂਜੀ, ਤੁਸੀਂ ਕਿੰਨੀ ਸੇਵਾ ਕਰਨੀ ਚਾਹੁੰਦੇ ਜੀ? 500 ਦੀ ਕਰ ਦਿਓ। ਥੈਂਕ ਯੂ ਜੀ। ਤੇ ਬਾਕੀ ਜੋ ਇਹ ਫਲੱਡ ਆਏ ਹੋਏ ਆਪਣੇ ਪੰਜਾਬ ਦੇ ਵਿੱਚ, ਹਾਂਜੀ, ਤੇ 100 ਪਾਉਂਡ ਉਹਦੇ ਵਾਸਤੇ ਲੈ ਲਓ। ਤੁਹਾਡਾ ਭਾਜੀ ਬਹੁਤ ਧੰਨਵਾਦ ਜੀ। ਅਸੀਂ ਜਿਹੜੀ ਡਾਕੂਮੈਂਟਰੀ ਫਿਲਮ ਬਣਾਉਣ ਦੀ ਇੱਕ ਕੋਸ਼ਿਸ਼ ਕੀਤੀ ਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਉਹਦੇ ਵਿੱਚ ਕਾਫੀ ਪੈਸੇ ਲੱਗਣੇ ਆ ਕਿ ਜਦੋਂ ਅਸੀਂ ਹੁਣ ਇਤਿਹਾਸ ਦੀ ਗੱਲ ਕਰਦੇ ਹਾਂ, ਤੇ ਜਦੋਂ ਨਾਗਪੁਰ ਦੀ ਗੱਲ ਆਈ ਆ ਭਾਜੀ, ਸੁਣਿਓ ਜਰਾ ਕਿ ਉਹਦੇ ਵਿੱਚ 5000 ਸਾਲ ਪੁਰਾਣਾ ਇਤਿਹਾਸ ਜਿਹੜਾ ਉਹ ਲੈ ਕੇ ਬੈਠੇ ਨੇ। ਉਹਦੇ ਵਿੱਚ ਸਾਨੂੰ ਸਭ ਕੁਝ ਮਿਲੇਗਾ, ਤੇ ਇੱਦਾਂ ਦਾ ਇਤਿਹਾਸ ਸਾਨੂੰ ਲੱਭਣ ਲਈ ਸਾਨੂੰ ਪੈਸਿਆਂ ਦੀ ਲੋੜ ਹੈ, ਉੱਥੇ ਜਾਣ ਦੀ ਲੋੜ ਹੈ, ਤੇ ਅਸੀਂ ਇਹ ਡਾਕੂਮੈਂਟਰੀ ਫਿਲਮ ਬਣਾ ਕੇ ਤੁਹਾਨੂੰ ਐਤਕੀ ਗੁਰਪੁਰਬ ਦਿਖਾਵਾਂਗੇ। ਹਾਂਜੀ, ਸਾਡੇ ਇੱਕ ਕਾਲ ਆ ਰਹੀ ਹੈ ਜੀ। ਹਾਂਜੀ, ਹੈਲੋ, ਜੈਗਦੇਵ ਜੀ, ਕੌਣ ਸਾਹਿਬ ਬੋਲ ਰਹੇ ਜੀ? ਹੈਲੋ, ਜੈ ਗੁਰਦੇਵ ਅਮਰੀਕ ਜੀ, ਮੈਂ ਤਰਸੇਮ ਬੰਗੜ ਬੈਡਫੋਰਡ ਤੋਂ ਬੋਲਦਾ ਜੀ। ਹਾਂਜੀ ਅੰਕਲ ਜੀ, ਤੁਹਾਡੇ ਜੈਗਦੇਵ ਜੀ, ਧੰਨ ਗੁਰਦੇਵ ਜੀ। ਹਾਂਜੀ, ਤਿੰਨਾਂ ਭਰਾਵਾਂ ਨੂੰ, ਅਮਰੀਕ ਜੀ, ਤਰਸੇਮ ਕਲਿਆਣ ਜੀ ਅਤੇ ਰੂਪਲਾਲ ਜੀ, ਤੁਹਾਨੂੰ ਤਿੰਨਾਂ ਨੂੰ
ਬਹੁਤ ਬਹੁਤ ਜੈ ਗੁਰਦੇਵ ਜੀ। ਥੈਂਕ ਯੂ ਜੀ, ਥੈਂਕ ਯੂ। ਤੇ ਹੋਰ ਅਮਰੀਕ ਜੀ, ਹਾਂਜੀ ਜੋ ਇਸ ਯਾਤਰਾ ਬਾਰੇ ਤੁਸੀਂ ਮੈਂਸ਼ਨ ਕੀਤਾ ਹੈ, ਹਾਂਜੀ। ਵਰਣਨ ਕੀਤਾ ਹੈ, ਸਾਨੂੰ ਸਰੋਤਿਆਂ ਨੂੰ ਪੂਰੀ ਸਮਝ ਆ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਇਹ ਡਿਟੇਲ ਵਿੱਚ ਦੱਸਦੇ ਹੋ। ਬਿਲਕੁਲ ਜੀ। ਅਮਰੀਕ ਜੀ, ਆਪ ਨਾਮਦੇਵ ਜੀ ਦੇ ਜਨਮ ਭੂਮੀ ਦੇ ਦਰਸ਼ਨ ਕੀਤੇ, ਤੁਸੀਂ ਬਹੁਤ ਹੀ ਲੱਕੀ ਵਿਅਕਤੀ ਹੋ। ਇਹ ਜੋ ਆਪ ਗੁਰੂ ਰਵਿਦਾਸ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋ, ਸਾਨੂੰ ਸਰੋਤਿਆਂ ਨੂੰ ਪੂਰੀ ਸਮਝ ਆ ਜਾਂਦੀ ਹੈ। ਥੈਂਕ ਯੂ ਵੈਰੀ ਮਚ। ਹਾਂਜੀ, ਜਿਸ ਤਰ੍ਹਾਂ ਪਿਛਲੇ ਕਾਲਰ ਨੇ ਦੱਸਿਆ, ਤੁਸੀਂ ਸਾਨੂੰ ਇਹ ਬਹੁਤ ਹੀ ਕੀਮਤੀ ਨੌਲੇਜ ਪ੍ਰਦਾਨ ਕਰਦੇ ਹੋ। ਕੀਪ ਇਟ ਅਪ, ਬਹੁਤ ਹੀ ਅੱਛਾ ਹੈ ਤੇ ਬਹੁਤ ਹੀ ਵਡਮੁੱਲਾ ਕੰਮ ਕਰਦੇ ਹੋ ਤੁਸੀਂ। ਗੁਰੂ ਨਾਮਦੇਵ ਜੀ ਦੇ 78 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਤੇ ਗੁਰੂ ਨਾਮਦੇਵ ਜੀ ਦੇ ਬਹੁਤ ਹੀ ਅੱਛੀ ਬਾਣੀ ਹੈ। ਗੁਰੂ ਰਵਿਦਾਸ ਜੀ ਨੇ ਲਿਖਦੇ ਹਨ ਕਿ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨ ਤਰੇ। ਸੋ ਗੁਰੂ ਰਵਿਦਾਸ ਜੀ ਨੇ ਵੀ ਉਹਨਾਂ ਦਾ ਮੈਂਸ਼ਨ ਕੀਤੀ ਹੈ। ਕੀਪ ਇਟ ਅਪ, ਆਪ ਦਾ ਪ੍ਰੋਗਰਾਮ ਬਹੁਤ ਹੀ ਲਾਭਦਾਇਕ ਹੈ ਔਰ ਇਸੇ ਤਰ੍ਹਾਂ ਕਰਦੇ ਰਹੋ। ਥੈਂਕ ਯੂ ਅੰਕਲ ਜੀ। ਤੁਸੀਂ ਸੁਣਨਾ ਜੀ, ਇਹ ਅੰਕਲ ਤਰਸੇਮ ਬੰਗੜ ਜੀ ਬੈਡਫੋਰਡ ਤੋਂ ਨੇ। ਇਹਨਾਂ ਦੀ ਆਜੂ ਇਸ ਵੇਲੇ 87 ਹੋ ਚੁੱਕੀ ਆ। ਮੈਂ ਇਹਨਾਂ ਨੂੰ ਸਲੂਟ ਕਰਦਾ ਕਿ 87 ਇਹਨਾਂ ਦੀ ਆਜੂ ਹੋਣ ਤੇ ਵੀ ਇਹਨਾਂ ਨੇ ਮੈਨੂੰ ਪਰਸੋਂ ਫੋਨ ਕੀਤਾ ਕਿ ਤੁਸੀਂ ਮੈਨੂੰ ਕੋਈ ਕੰਮ ਦਿਓ। ਇਹਨਾਂ ਨੇ ਕਿਹਾ ਕਿ ਜਿਹੜੇ ਤੁਸੀਂ ਯਾਤਰਾਵਾਂ ਗੁਰੂ ਮਹਾਰਾਜ ਦੀਆਂ, ਉਹਦਾ ਇੱਕ ਨਕਸ਼ਾ ਮੈਨੂੰ ਦਿਓ ਕਿ ਉਹ ਅਸੀਂ ਇੱਕ ਵੱਡਾ ਸਾਰਾ ਨਕਸ਼ਾ ਬਣਾ ਕੇ ਉਹਦੇ ਉੱਤੇ ਪਿੰਨ ਪੁਆਇੰਟ ਕਰਕੇ ਕਿ ਸਾਨੂੰ ਪਤਾ ਲੱਗੇ ਦੇਖਣ ਵਾਲਿਆਂ ਨੂੰ ਕਿ ਗੁਰੂ ਮਹਾਰਾਜ ਜੀ ਕਿੱਥੋਂ ਤੇ ਕਿੱਥੇ ਤੱਕ ਗਏ ਨੇ। ਇਹ ਇੱਕ ਬਹੁਤ ਵਧੀਆ ਇਹਨਾਂ ਦਾ ਸੁਜੈਸ਼ਨ ਸੀਗਾ, ਜਿਹੜਾ ਅਸੀਂ ਸਾਰੀ ਟੀਮ ਨੇ ਬੈਠ ਕੇ ਇਹਦੇ 'ਤੇ ਗੱਲ ਕੀਤੀ ਤੇ ਸਾਡੇ ਸੈਕਟਰੀ ਸਾਹਿਬ ਉਹਨਾਂ ਨੇ ਵੀ ਇਹਦਾ ਜ਼ਿਕਰ ਕੀਤਾ ਪਹਿਲਾਂ ਕਿ ਅਸੀਂ ਇੱਕ ਨਕਸ਼ਾ ਬਣਾ ਰਹੇ ਹਾਂ ਭਾਰਤ ਦਾ, ਜਿਹਦੇ ਵਿੱਚ ਅਸੀਂ ਬਨਾਰਸ ਤੋਂ ਉਹ ਯਾਤਰਾ ਜਿੱਥੋਂ ਸ਼ੁਰੂ ਕਰਕੇ ਜਿੱਥੇ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਗਏ ਨੇ ਉਹ ਸਾਰੀਆਂ ਹਾਈਲਾਈਟ ਕੀਤੀਆਂ ਜਾਣਗੀਆਂ ਕਿ ਸਾਨੂੰ ਪਤਾ ਲੱਗੇ ਕਿ ਉਹਨਾਂ ਦੀ ਪਹਿਲੀ ਯਾਤਰਾ ਕਿੱਥੋਂ ਲੈ ਕੇ ਕਿੱਥੇ ਤੱਕ ਹੋਈ, ਦੂਸਰੀ ਯਾਤਰਾ ਕਿੱਥੋਂ ਲੈ ਕੇ ਕਿੱਥੇ ਤੱਕ ਹੋਈ, ਤੀਸਰੀ, ਉਹ ਸਾਰੀਆਂ ਦਿਖਾਈਆਂ ਜਾਣਗੀਆਂ। ਅੰਕਲ ਜੀ, ਤੁਹਾਡਾ ਸੁਝਾਅ ਦੇਣ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਛੇਤੀ ਤੁਹਾਡੇ ਨਾਲ ਰਸਤਾ ਬਣਾਵਾਂਗੇ, ਤੁਹਾਡੇ ਨਾਲ ਗੱਲ ਕਰਾਂਗੇ। ਧੰਨਵਾਦ ਜੀ, ਥੈਂਕ ਯੂ। ਹਾਂਜੀ ਪ੍ਰਧਾਨ ਜੀ, ਜਦੋਂ ਸਤਿਗੁਰ ਮਹਾਰਾਜ ਜੀ ਦੌਲਤਾਬਾਦ ਵਿਖੇ ਪਹੁੰਚਦੇ ਹਨ ਤੇ ਉੱਥੇ ਸੰਕੇਤ ਮੰਨਿਆ ਜਾਂਦਾ ਹੈ ਕਿ 1474 ਈਸਵੀ ਵਿੱਚ ਪੂਰਬੀ ਦੱਖਣੀ ਭਾਰਤ ਬਹੁਤ ਹੀ ਸੋਕੇ ਦੀ ਲਪੇਟ ਵਿੱਚ ਆਇਆ ਹੋਇਆ ਸੀ ਤੇ ਜਦੋਂ ਸਤਿਗੁਰ ਉੱਥੇ ਦੀ ਜੋ ਸੰਗਤ ਹੈ ਉਹ ਦਾਣੇ ਦਾਣੇ ਨੂੰ ਮਹਿਤਾਜ ਹੋ ਕੇ ਤਰਸਦੇ ਗੁਜਰਾਤ ਅਤੇ ਮਾਲਵਾ ਵੱਲ ਹਿਜਰਤ ਕਰ ਰਹੇ ਸਨ, ਉੱਥੋਂ ਛੱਡ ਕੇ ਜਾ ਰਹੇ ਸਨ। ਸਤਿਗੁਰੂ ਜੀ ਦੀ ਆਮਦ 1476 ਈਸਵੀ ਵਿੱਚ ਉਸ ਇਲਾਕੇ ਵਿੱਚ ਜਦੋਂ ਹੋਈ ਤਾਂ ਉੱਥੇ ਬਹੁਤ ਹੀ ਭਾਰੀ ਵਰਖਾ ਹੋਣ ਦੇ ਨਾਲ ਉੱਥੋਂ ਦੇ ਰੁਜ਼ਗਾਰ ਦੇ ਵਿੱਚ ਜੋ ਫਸਲ ਹੈ ਉਹ ਦੀ ਆਮਦ ਬਹੁਤ ਵਧੀ, ਜਿਸ ਦੇ ਕਾਰਨ ਮੌਕੇ ਦੇ ਹਾਕਮਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਹੀ ਸਤਿਕਾਰ ਕੀਤਾ ਤੇ ਉਹਨਾਂ ਨੂੰ ਬਤੌਰ ਸ਼ਾਹੀ ਮਹਿਮਾਨ ਆਪਣੇ ਕਿਲੇ ਦੇ ਅੰਦਰ ਸੂਫੀ ਸੰਤਾਂ ਦੇ ਨਾਲ ਅਧਿਆਤਮਕ ਵਿਚਾਰਾਂ ਕਰਨ ਲਈ ਬਿਠਾਇਆ ਗਿਆ। ਦੂਸਰੇ ਦਿਨ ਜਿੱਥੇ ਕਿ ਸੁਲਤਾਨ ਮੁਹੰਮਦ ਸ਼ਾਹ ਦੂਜਾ ਉਹਨਾਂ ਦੇ ਸਤਸੰਗ ਵਿੱਚ ਖੁਦ ਸ਼ਾਮਲ ਹੋਇਆ ਅਤੇ ਕਲਿਆਣਕਾਰੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਿਤ ਹੋ ਕੇ ਉਸਨੇ ਵਿਚਾਰਧਾਰਾ ਨੂੰ ਆਪਣੀ ਹਕੂਮਤ ਦੀ ਕਾਰਜਸ਼ੈਲੀ ਵਿੱਚ ਹਿੱਸਾ ਬਣਾਉਣ ਦਾ ਵੱਡਾ ਫੈਸਲਾ ਲੈਂਦਾ ਹੋਇਆ ਸਤਿਗੁਰ ਰਵਿਦਾਸ ਮਹਾਰਾਜ ਜੀ ਨੂੰ ਸ਼ਹਿਜਾਨਾ ਜਾਂ ਸਹਿਜਾਦਗੀ ਵਿਦਾਇਗੀ ਦਿੱਤੀ ਗਈ। ਦੌਲਤਾਬਾਦ ਤੋਂ ਬਾਅਦ ਸਤਿਗੁਰ ਜੀ ਮਖਦੂਮ ਸੈਯਦ ਜਲਾਲੁਦੀਨ ਬਾਏਵਾਨੇ ਗੁਰੂ ਰਵਿਦਾਸ ਜੀ ਨੂੰ ਖੁਲਦਾਬਾਦ ਬਾਗੇ ਬਹਿਸ਼ਤ ਵਿੱਚ ਲੈ ਕੇ ਜਾਂਦੇ ਹਨ, ਜਿੱਥੇ ਕਿ ਸੂਫੀ ਸੰਤਾਂ ਦੇ ਨਾਲ ਉਹਨਾਂ ਨੇ ਕਾਫੀ ਆਪਣੀ ਵਿਚਾਰ ਗੋਸ਼ਟੀ ਕੀਤੀ। ਹਾਂਜੀ ਪ੍ਰਧਾਨ ਜੀ, ਉਸ ਤੋਂ ਅੱਗੇ ਜੋ ਜਲਾਲੁਦੀਨ ਬਾਏਵਾਨੇ ਲਗਭਗ 10 ਕਿਲੋਮੀਟਰ ਦੂਰ ਦਿਨ ਗੁਰੂ ਘਰ ਜੀ ਦੀ ਸੰਗਤ ਵਿੱਚ ਰਹਿਣ ਨਾਲ ਇੱਕ ਸੱਚਾ ਸੁੱਚਾ ਮੋਮਨ ਤੇ ਸਤਿਗੁਰਾਂ ਦਾ ਸੇਵਕ ਬਣ ਗਿਆ। ਹਾਂਜੀ, ਉਸ ਦੇ ਅੰਦਰੋਂ ਸਾਰੀ ਹੰਕਾਰ ਕੱਟੜਤਾ ਹਮੇਸ਼ਾ ਲਈ ਖਤਮ ਹੋ ਗਈ। ਉਸਨੇ ਆਪਣੇ
ਪਿੰਡਾਂ ਵਿੱਚ ਬਣ ਤੋਂ ਜੋ ਲੋਕਾਂ ਨੂੰ ਰੋਕਦੇ ਸਨ, ਇੱਕ ਚੰਗੀ ਸਾਖ ਬਣ ਗਈ। ਉਹਦੀ ਦਰਗਾਹ ਅੰਬਾੜ ਤੋਂ 3 ਕਿਲੋਮੀਟਰ ਦੂਰ ਫਖਰਾਬਾਦ ਪਿੰਡ ਵਿੱਚ ਹੈ। ਹੁਣ ਉੱਥੇ ਸਾਰੇ ਫਿਰਕਿਆਂ ਦੇ ਲੋਕ कॉल है सर जी, कॉल है। सेक्रेटरी साहब। हाँ जी हाँ जी, हेलो, हाँ जी जय गुरुदेव जी, कौन सा बोल रहे जी? ਹਾਂਜੀ ਮੈਂ ਪਰਮਿੰਦਰ ਸਿੰਘ ਪੈਰਿਸ ਤੋਂ ਬੋਲਦਾ ਜੀ। हाँ जी परमिंदर जी, जय गुरुदेव जी। जय गुरु। ਜੈ ਗੁਰਦੇਵ ਜੀ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। थैंक यू जी। ਖਾਸ ਤੌਰ ਤੇ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਦੇ ਸਾਰੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ थैंक यू ਕਿ जी। ਜਿਹੜੇ ਗੁਰੂ ਸਾਹਿਬ ਦੇ ਪਦ ਚਿੰਨ੍ਹਾਂ ਨੂੰ ਤਰਾਸ਼ ਕਰਕੇ ਔਰ ਉਹਨਾਂ ਨਿਸ਼ਾਨਦੇਹੀ ਕਰਕੇ ਕੌਮ ਦੇ ਬਹੁਤ ਵੱਡਾ ਇੱਕ ਇਤਿਹਾਸ ਰਚਣ ਜਾ ਰਹੇ ਆ। ਸੋ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ थैंक ਕਿ यू ਜਿਹੜਾ ਬਹੁਤ ਵੱਡਾ ਕਾਰਜ ਆ, ਸਮੇਂ ਤੋਂ ਰੁਕਿਆ ਸੀ ਔਰ ਇਸ ਨੂੰ ਤੁਸੀਂ ਅੱਗੇ ਲੈ ਜਾਣ ਰਹੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। हाँ जी, ਸਾਰਿਆਂ ਦੇ ਸਹਿਯੋਗ ਨਾਲ ਹੀ ਅੱਗੇ ਜਾਣਾ ਜੀ। हाँ जी हाँ जी, परमिंदर जी। जी थैंक यू जी। हाँ जी, ਤੁਹਾਡਾ ਪਰਮਿੰਦਰ ਜੀ ਬਹੁਤ ਧੰਨਵਾਦ। ਤੇ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਬਸ ਛੇਤੀ 1 ਮਿੰਟ ਚ। हेलो, हाँ जी, कॉल ड्रॉप हो गई। हाँ जी हाँ जी, प्रधान जी। हाँ जी, ਅਮਰੀਕ ਜੀ, ਇੱਥੋਂ ਫਿਰ ਸਤਿਗੁਰੂ ਜੀ ਖੁਲਦਾਬਾਦ ਤੋਂ ਗੁਰੂ ਜੀ ਆਪਣੀ ਮੰਡਲੀ ਨੂੰ ਲੈ ਕੇ ਅਲੋਰਾ ਦੀਆਂ ਗੁਫਾਵਾਂ ਪਾਸ ਪਹੁੰਚ ਗਏ ਔਰ ਇਹ ਗੁਫਾਵਾਂ ਬਹੁਤ ਮਸ਼ਹੂਰ ਹਨ। ਬਹੁਤ ਲੋਕ ਇੱਥੇ ਤੀਰਥ ਕਰਨ ਲਈ ਆਉਂਦੇ ਹਨ। ਸੋ ਅਮਰੀਕ ਜੀ, ਇਸ ਦੇ ਬਾਰੇ ਕੁਝ ਸੰਗਤਾਂ ਦੇ ਨਾਲ ਸਾਂਝ ਪਾਓ। ਪ੍ਰਧਾਨ ਜੀ, ਇਹ ਜਿਹੜੀਆਂ ਅਲੋਰਾ ਦੀਆਂ ਗੁਫਾਵਾਂ ਇਹ ਵੀ ਮਹਾਰਾਸ਼ਟਰ ਦੇ ਵਿੱਚ ਔਰੰਗਾਬਾਦ ਦੇ ਕੋਲ ਜਿਹੜਾ ਹਜੂਰ ਸਾਹਿਬ ਦੇ ਨੇੜੇ ਨੰਦੇੜ ਦੇ ਵਿੱਚ ਹਨ। ਇਸ ਜਗ੍ਹਾ ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਪਹੁੰਚਦੇ ਨੇ। ਇਹ ਜਿਹੜਾ ਇਲਾਕਾ ਇਹ ਪਹਿਲਾਂ ਤੋਂ ਨਾਗਵੰਸ਼ੀ ਲੋਕਾਂ ਦਾ ਇਲਾਕਾ ਰਿਹਾ, ਜਿਨ੍ਹਾਂ ਨੂੰ ਮਰਾਠੀ ਭਾਸ਼ਾ ਦੇ ਵਿੱਚ ਬੇਰੂਲ ਵੀ ਕਿਹਾ ਜਾਂਦਾ। ਬੇਰੂਲ ਦਾ ਮਤਲਬ ਹੈ ਨਾਗਾਂ ਦੀ ਬਸਤੀ। ਇਹ ਲੋਕਾਂ ਦਾ ਦਬਦਬਾ ਉਸ ਜਗ੍ਹਾ ਤੇ ਸੀਗਾ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਉੱਥੇ ਪਹੁੰਚਦੇ ਨੇ ਅਲੋਰਾ ਦੀਆਂ ਗੁਫਾਵਾਂ ਦੇ ਵਿੱਚ, ਜਿਹੜੀ ਜਗ੍ਹਾ ਉੱਥੇ ਪਹੁੰਚੇ ਤੇ ਉਹਨੇ ਜਾ ਕੇ ਕੀ ਦੇਖਿਆ ਕਿ ਜਿਸ ਜਗ੍ਹਾ ਤੇ ਉਹਨੇ ਜਾ ਕੇ ਆਸਣ ਲਾਇਆ, ਉੱਥੋਂ ਦਾ ਰਾਜਾ ਜਿਹੜਾ ਹਾਕਮ ਜਿਹਦਾ ਨਾਂ ਜੈਦੇਵ ਸੀ, ਉਹ ਇੱਕ ਸਰੀਰਕ ਰੋਗ ਤੋਂ ਬੜਾ ਦੁਖੀ ਸੀ ਕਿ ਉਹਦੇ ਸਾਰੇ ਸਰੀਰ ਦੀ ਚਮੜੀ ਜਿਹੜੀ ਉਹ ਗਲ ਚੁੱਕੀ ਸੀ। ਉਹਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਾ ਕੇ ਦਰਸ਼ਨ ਕੀਤੇ ਤੇ ਅਰਦਾਸ ਕੀਤੀ, ਅਰਜ਼ੋਈ ਕੀਤੀ ਕਿ ਮੈਂ ਇਸ ਬਿਮਾਰੀ ਤੋਂ ਨਿਜਾਤ ਪਾਉਣਾ ਚਾਹੁੰਦਾ ਹਾਂ। ਤੇ ਸਤਿਗੁਰੂ ਮਹਾਰਾਜ ਜੀ ਨੇ ਜੇਲ ਗੰਗਾ ਨਦੀ ਤੋਂ ਜਲ ਮੰਗਵਾ ਕੇ ਜਿੱਥੇ ਉਹ ਬੈਠੇ ਸਨ, ਇਤਿਹਾਸਕਾਰਾਂ ਮੁਤਾਬਕ ਉੱਥੇ ਉਹ ਜਲ ਉਸ ਜ਼ਮੀਨ ਨੂੰ ਖੋਦ ਕੇ ਉਹਦੇ ਵਿੱਚ ਪਾਇਆ ਤੇ ਰਾਜੇ ਨੂੰ, ਉਸ ਹਾਕਮ ਨੂੰ ਉਹਦੇ ਨਾਲ ਇਸ਼ਨਾਨ ਕਰਨ ਲਈ ਕਿਹਾ। ਜਦੋਂ ਉਸ ਹਾਕਮ ਨੇ, ਉਸ ਰਾਜੇ ਨੇ ਉਸ ਜਲ ਦੇ ਨਾਲ ਇਸ਼ਨਾਨ ਕੀਤਾ ਤਾਂ ਉਹਦੇ ਸਰੀਰ ਦੇ ਸਾਰੇ ਰੋਗ, ਚਮੜੀ ਦੇ ਰੋਗ ਠੀਕ ਹੋਏ। ਤੇ ਉਹ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ ਉਹਨਾਂ ਨੇ ਉਸ ਜਗ੍ਹਾ ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਂ ਤੇ ਰਵਿਦਾਸ ਕੁੰਡ ਬਣਾਇਆ। ਮੈਂ ਸਾਰੇ ਸੁਣ ਰਹੇ ਸਾਥੀਆਂ ਨੂੰ, ਆਪਣੇ ਸਮਾਜ ਦੇ ਲੋਕਾਂ ਨੂੰ ਜਾਂ ਐਜੂਕੇਸ਼ਨਲ ਲੋਕਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਇਹ ਚੀਜ਼ਾਂ ਜਿਨ੍ਹਾਂ ਚੀਜ਼ਾਂ ਦੀ ਅਸੀਂ ਸੰਭਾਲ ਨਹੀਂ ਕਰਦੇ, ਅਸੀਂ ਪਿੱਛੇ ਉਹਨਾਂ ਦੇ ਪਹੁੰਚ ਨਹੀਂ ਸਕਦੇ। ਇਹ ਜਿਹੜਾ ਮੰਦਿਰ, ਇਹ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਰਵਿਦਾਸ ਕੁੰਡ ਦੇ ਨਾਂ ਨਾਲ ਬਣਾਇਆ ਉਹ ਤਲਾਬ ਅੱਜ ਅਹਲਿਆ ਬਾਈ ਹੋਲਕਰ ਦੇ ਨਾਂ ਨਾਲ ਬਦਲ ਦਿੱਤਾ ਗਿਆ। ਇਸ ਜਿਹੜਾ ਤਲਾਬ ਆ ਰਵਿਦਾਸ ਕੁੰਡ, ਇਹਦੀਆਂ 41 ਪੌੜੀਆਂ ਪ੍ਰਧਾਨ ਜੀ। ਇਤਿਹਾਸਕਾਰ ਨੇ ਜਾ ਕੇ ਉਸ ਜਗ੍ਹਾ ਤੇ ਆਪ ਉਹਦੀ ਸੰਖੇਪ ਜਿਹੜੀ ਗੱਲ ਲਿਖੀ ਹੈ ਕਿ ਉਸ ਜਿਹੜਾ ਕੁੰਡ ਆ ਰਵਿਦਾਸ ਕੁੰਡ, ਉਹਦੀਆਂ 41 ਪੌੜੀਆਂ, ਉੱਥੇ ਹਜੇ ਵੀ ਲੋਕ ਵੱਖਰੇ ਮੰਦਿਰ ਹੈਗੇ ਉੱਥੇ। ਹਾਂ, 41 ਪੌੜੀਆਂ ਤੇ ਆਪਣਾ ਬਿਜ਼ਨਸ ਲੋਕਾਂ ਨੂੰ ਗੁੰਮਰਾਹ ਕਰਨ ਲਈ ਹਰੇਕ ਪੌੜੀ ਤੇ ਮੰਦਿਰ ਬਣਾਇਆ ਕਿ ਜਿਹੜੇ ਲੋਕ ਆਪਣੇ ਸਰੀਰਕ ਰੋਗਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ ਕਿ ਹਰੇਕ ਪੌੜੀ ਤੇ ਬੈਠ ਕੇ ਔਰ ਆਪਣੀ ਪੂਜਾ ਕਰਾਉਣ ਤੇ ਆਪਣੇ ਸਰੀਰ ਨੂੰ ਅਰੋਗ ਬਣਾਉਣ। ਤੇ ਉਸ ਮੰਦਿਰ ਦਾ ਨਾਂ ਜਿੱਦਾਂ ਮੈਂ ਦੱਸਿਆ ਕਿ ਹਲਿਆ ਬਾਈ ਹੋਲਕਰ ਦੇ ਨਾਂ ਨਾਲ 18ਵੀਂ ਸਦੀ ਦੇ ਵਿੱਚ ਬਦਲ ਕੇ ਰੱਖ ਦਿੱਤਾ। ਮੈਂ ਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਤੁਸੀਂ ਗੁਰੂ ਮਹਾਰਾਜ ਦੇ ਕੀਤੇ ਹੋਏ ਕਾਰਜਾਂ ਨੂੰ
ਉਹਨਾਂ 'ਤੇ ਪਹਿਰਾ ਨਹੀਂ ਦਿਓਗੇ, ਉਹਨਾਂ ਦੀ ਸੇਵਾ ਸੰਭਾਲ ਨਹੀਂ ਕਰੋਗੇ, ਤਾਂ ਫਿਰ ਜਿਹੜੇ ਸਮੇਂ ਦੇ ਹਾਕਮ, ਸਰਕਾਰਾਂ, ਇਹ ਜਿਹੜੇ ਆਉਣ ਵਾਲੇ ਲੋਕ ਜਿਨ੍ਹਾਂ ਦੀ ਸੋਚ ਤੁਹਾਡੇ ਨਾਲ ਨਹੀਂ ਰਲਦੀ, ਉਸ ਜਗ੍ਹਾ ਨੂੰ ਬਦਲ ਦੇਣਗੇ, ਉਹਦਾ ਨਾਮ ਬਦਲ ਦੇਣਗੇ ਅਤੇ ਉਹ ਸਾਡੇ ਤੋਂ ਚੀਜ਼ਾਂ ਅਲੋਪ ਹੋ ਜਾਣਗੀਆਂ। ਇਸ ਕਰਕੇ ਇਹ ਜਿਹੜਾ ਗੁਰੂ ਮਹਾਰਾਜ ਦਾ ਰਵਿਦਾਸ ਕੁੰਡ, ਇਹਦੇ ਜਾ ਕੇ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ ਕਿ ਇੱਥੇ ਇੱਕ ਮੇਲਾ ਵੀ ਲੱਗਦਾ। ਅੱਜ ਇਸ ਜਗ੍ਹਾ 'ਤੇ ਕੋਈ ਬੰਦਸ਼ ਨਹੀਂ ਹੈ ਕਿ ਕਿਹੜੇ ਫਿਰਕੇ ਦੇ ਲੋਕ ਇੱਥੇ ਜਾ ਸਕਦੇ ਨੇ, ਕਿਉਂਕਿ ਇਹਦਾ ਇਤਿਹਾਸ ਜਿਹੜਾ ਉਹ ਜਾਣਦੇ ਨੇ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਂ ਨਾਲ ਜੁੜਿਆ ਹੋਇਆ, ਪਰ ਉਹਨਾਂ ਨੇ ਇਹਦਾ ਨਾਂ ਬਦਲ ਕੇ ਹੋਰ ਰੱਖ ਦਿੱਤਾ ਅਤੇ ਆਪਣਾ ਜਿਹੜਾ ਦਬਦਬਾ ਬਣਾ ਕੇ ਇਸ ਜਗ੍ਹਾ 'ਤੇ ਉਹ ਆਪਣੇ ਕਰਮ ਕਾਂਡਾਂ ਦੀ ਪੂਜਾ ਕਰਵਾ ਰਹੇ ਨੇ। ਇੱਕ ਵਾਰੀ ਫਿਰ ਉਹ ਮਨੂਵਾਦੀ ਸੋਚ ਜਿਹੜੀ ਹੈ ਹਾਂਜੀ ਉਹ ਮੋਰੇ ਆ ਗਈ। ਹਾਂਜੀ 18ਵੀਂ ਸਦੀ ਵਿੱਚ ਕੀਤਾ ਗਿਆ। ਹਾਂਜੀ ਉਹ ਹਾਂ 300-400 ਸਾਲ ਬਾਅਦ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ। ਹਾਂਜੀ ਬਿਲਕੁਲ। ਹਾਂਜੀ ਪਿਆਰੇ ਦਰਸ਼ਕੋ, ਬੇਰੁਲ ਨਗਰੀ ਤੋਂ ਨੂੰ ਭਾਗ ਲਾਉਣ ਤੋਂ ਬਾਅਦ ਸਤਿਗੁਰੂ ਰਵਿਦਾਸ ਜੀ ਆਪਣੀ ਮੰਡਲੀ, ਕੀਰਤਨ ਮੰਡਲੀ ਨਾਲ ਕਨਾੜ ਪਹੁੰਚ ਗਏ। ਹਾਂਜੀ 10 ਦਿਨ ਇੱਥੇ ਸਤਸੰਗ ਚੱਲਿਆ। ਲੋਕਾਂ ਦੇ ਭਰਮ ਭੁਲੇਖੇ ਸਤਿਗੁਰਾਂ ਨੇ ਦੂਰ ਕੀਤੇ ਔਰ ਅੱਜ ਵੀ ਇਸ ਦਾ ਨਾਮ ਚਮਾਰ ਟੇਕਰੀ ਕਰਕੇ ਬੁਲਾਇਆ ਜਾਂਦਾ ਹੈ। ਹਾਂਜੀ ਹਾਂਜੀ कॉल ले लिए। कॉल ले लो। हेलो, हाँ जी जय गुरुदेव जी। हाँ जी कौन सा बोल रहे जी? क्या गुरुदेव जी, सतपाल बोलता जी। हाँ जी सैकਟਰੀ ਸਾਹਿਬ, ਧੰਨਵਾਦ ਜੀ ਤੁਹਾਡਾ। ਕਿੱਦਾਂ ਤੁਹਾਡੀ ਸਿਹਤ ਠੀਕ ਹੈ ਜੀ ਹੁਣ? ਸਿਹਤ ਠੀਕ ਹੈ ਮਹਾਰਾਜ। ਮੈਂ ਤਾਂ ਤੁਹਾਡੇ ਮੈਂ ਆਪਣੇ ਸਾਥੀਆਂ ਦੀ ਸਿਫਤ ਕਰਾਂ। ਥੈਂਕ ਯੂ ਜੀ। ਬੜੇ ਵਧੀਆ ਤੁਸੀਂ ਡਿਟੇਲ ਸਾਂਝੀ ਕੀਤੇ ਹਨ ਅੱਜ ਕਮਿਊਨਿਟੀ ਦੇ ਨਾਲ। ਹਾਂਜੀ ਤੇ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਤੀਸਰੀ ਯਾਤਰਾ ਜਿਹੜੀ ਸਾਊਥ ਇੰਡੀਆ ਨੂੰ ਜਾਂਦੀ ਹੈ, ਦੇਖੋ ਤੁਸੀਂ ਜਿਹੜੇ ਡਿਟੇਲ ਦਿੱਤੇ ਹਨ ਇਹ ਆਮ ਸੁਣਨੇ ਵਿੱਚ ਨਹੀਂ ਆਉਂਦੇ ਔਰ ਕਮਿਊਨਿਟੀ ਜ਼ਰੂਰ ਇਹ ਅਪਰੀਸ਼ੀਏਟ ਕਰਦੀ ਹੋਵੇਗੀ ਕਿ ਇਹ ਜਿਹੜੀ ਤੁਸੀਂ ਗੱਲਾਂ ਦੱਸ ਰਹੇ ਹਾਂ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਨਾਲ ਜੁੜਿਆ ਹੋਇਆ ਇਤਿਹਾਸ ਹੈ। ਇਹ ਸਾਡੀ ਕਮਿਊਨਿਟੀ ਦੀ ਸਾਡੀ ਹੈਰੀਟੇਜ ਹੈ। ਹਾਂਜੀ ਜਿਹੜੇ ਤੁਹਾਡੇ ਪਿੱਛੇ ਨਾਮ ਲਿਖਿਆ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ, ਇਹ ਸਾਡੀ ਹੈਰੀਟੇਜ ਹੈ ਜਿਹੜੀ ਪਿੱਛੇ ਸਮੇਂ ਦੇ ਵਿੱਚ ਸਾਡੇ ਕੋਲੋਂ ਨਿਗਾਹ ਤੋਂ ਦੂਰ ਹੋ ਚੁੱਕੀ ਹੈ। ਬਿਲਕੁਲ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਹੜੀ ਯਾਤਰਾ ਕੰਨਿਆ ਕੁਮਾਰੀ ਤੱਕ ਗਏ, ਬਨਾਰਸ ਤੋਂ ਚੱਲੇ ਕੰਨਿਆ ਕੁਮਾਰੀ ਲਗਭਗ 500 ਕਿਲੋਮੀਟਰ ਦੀ ਬਾਟ ਹੈ ਔਰ ਗੁਰੂ ਸਾਹਿਬ ਜੀ 500 ਕਿਲੋਮੀਟਰ ਗਏ ਔਰ 500 ਕਿਲੋਮੀਟਰ ਵਾਪਸ ਆਏ ਤੇ ਇਹ 1000 ਕਿਲੋਮੀਟਰ ਸਤਿਗੁਰੂ ਸਾਹਿਬ ਨੇ ਪੈਦਲ ਇਸ ਤੀਸਰੀ ਯਾਤਰਾ ਕੀਤੀ। ਹਾਂਜੀ ਹਾਂਜੀ। ਤੇ ਇਹ ਤੁਸੀਂ ਜਿਹੜੀ ਡਿਟੇਲ ਦੇ ਰਹੇ ਹਾਂ ਬਈ ਮੈਂ ਸਾਥੀਓ ਤੁਹਾਨੂੰ ਸਲਾਮ ਕਰਦਾ ਹਾਂ ਜਿਹੜੇ ਹਰੇਕ ਹਫ਼ਤੇ ਆਪਣਾ ਸਮਾਂ ਕੱਢਦੇ ਹੋ, ਆਪਣੀ ਜੇਬਾਂ 'ਚੋਂ ਖਰਚਾ ਕਰਦੇ ਹੋ ਔਰ ਆਪਣੇ ਡਿਟੇਲਸ ਕਮਿਊਨਿਟੀ ਨਾਲ ਸਾਂਝੀ ਕਰਦੇ ਹੋ, ਮੈਂ ਤੁਹਾਨੂੰ ਸਲਾਮ ਕਰਦਾ। ਹਾਂਜੀ ਸੈਕਟਰੀ ਸਾਹਿਬ, ਜਾਣ ਤੋਂ ਪਹਿਲਾਂ ਮੈਂ ਇਹ ਵੀ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਜੋ ਲੰਬੀ ਯਾਤਰਾ ਸਤਿਗੁਰਾਂ ਨੇ ਆਪਣੀ ਮੰਡਲੀ ਨਾਲ ਕੀਤੀ ਜੀ, ਉਸ ਨੂੰ 6 ਸਾਲ ਲੱਗੇ। 6 ਸਾਲਾਂ ਦੇ ਸਮੇਂ। ਔਰ ਜਿੱਥੇ ਜਿੱਥੇ ਵੀ ਉਹ ਗਏ ਉਹਨਾਂ ਨੇ ਪਰਮਾਤਮਾ ਦੇ ਨਾਮ ਦਾ ਸੰਦੇਸ਼ ਸਾਰਿਆਂ ਨੂੰ ਦਿੱਤਾ, ਲੋਕਾਂ ਦੇ ਭਰਮ ਭੁਲੇਖੇ ਦੂਰ ਕੀਤੇ ਔਰ ਜੋ ਆਪਣੇ ਆਪ ਨੂੰ ਉੱਚੇ ਵਰਗਾਂ ਵਿੱਚ ਦੂਸਰੇ ਲੋਕਾਂ ਨੂੰ ਕਰਮ ਕਰਨਾ ਵਿੱਚ ਫਸਾ ਰਹੇ ਸੀ ਉਹਨਾਂ ਨੂੰ ਵੀ ਸੰਦੇਸ਼ ਦਿੱਤਾ ਸਤਿਗੁਰਾਂ ਨੇ ਔਰ ਉਹਨਾਂ ਨੇ ਵੀ ਸਤਿਗੁਰਾਂ ਦੇ ਮੂਹਰੇ ਆ ਕੇ ਝੁੱਕ ਕੇ ਉਹਨਾਂ ਨੂੰ ਨਤਮਸਤਕ ਕੀਤਾ। ਬਿਲਕੁਲ ਜੀ। ਹਾਂਜੀ ਹਾਂਜੀ। ਦੇਖੋ ਗੁਰੂ ਸਾਹਿਬਾਂ ਦਾ ਮਕਸਦ ਹੀ ਇਹ ਸੀ ਕਿ ਦੁਨੀਆ ਨੂੰ ਭੁਲੇਖਿਆਂ 'ਚੋਂ ਕੱਢ ਕੇ ਤੇ ਪਿਤਾ ਪਰਮਾਤਮਾ ਦੇ ਨਾਲ ਮਿਲਾਪ ਕਰਨ ਦਾ ਰਾਸਤਾ ਸਿਖਾਉਣਾ ਹੈ ਔਰ ਉਹ ਆਪਣੇ ਕੰਮ ਪੂਰਾ ਕਰ ਰਹੇ ਨੇ। ਤਦ ਹੀ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਉਹਨਾਂ ਨੂੰ ਅੱਜ ਨਮਸਕਾਰ ਕਰਦੇ ਹਾਂ। ਔਰ ਇੱਕ ਵਾਰੀ ਮੈਂ ਫਿਰ ਸਾਥੀਆਂ ਨੂੰ ਧੰਨਵਾਦ ਕਰਾਂ, ਸਾਡੇ ਰੂਪ ਲਾਲ ਜੀ, ਕਰਸੇਨ ਕਲਿਆਣ ਜੀ ਔਰ ਅਮਰੀਕ ਪਲਾਹੀ ਜੀ, ਤੁਸੀਂ ਤੁਹਾਡੀ ਅਣਥੱਕ ਸੇਵਾ ਔਰ ਤੁਹਾਡੀ ਸੇਵਾ ਸਫਲ ਹੋਵੇ। ਥੈਂਕ ਯੂ ਸੈਕਟਰੀ ਸਾਹਿਬ। ਛੇਤੀ ਛੇਤੀ ਠੀਕ ਹੋ ਕੇ ਤੁਸੀਂ ਵੀ ਸਾਡੇ ਨਾਲ ਆਓ ਅਤੇ ਮੁੜ ਕੇ ਫਿਰ ਆਪਾਂ ਇਸੇ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਆਪਾਂ ਲੋਕਾਂ ਤੱਕ ਇਹਦੀ ਗੁਰੂ ਮਹਾਰਾਜ ਦੇ ਜੀਵਨ ਦੀ ਜਿਹੜੀ ਉਹਨਾਂ ਦੀ ਸਿੱਖਿਆ ਆਪਾਂ ਕੋਸ਼ਿਸ਼ ਕਰੀਏ ਕਿ ਲੋਕਾਂ ਦੇ ਤੱਕ ਪਹੁੰਚ ਜਾਵੇ ਅਤੇ ਲੋਕ ਆਪਣਾ ਜੀਵਨ ਸਫਲ ਕਰ ਸਕਣ। ਥੈਂਕ ਯੂ ਜੀ। ਹਾਂਜੀ ਪਿਆਰੇ ਦਰਸ਼ਕੋ,
ਕਰਨਾਲ ਤੋਂ ਸਤਿਗੁਰੂ ਜੀ ਉੱਥੋਂ ਚੱਲੇ ਆਪਣੀ ਮੰਡਲੀ ਦੇ ਨਾਲ ਤੇ ਉਹ ਨਾਸਿਕ ਪਹੁੰਚ ਗਏ। ਇਹ ਹਿੰਦੂਆਂ ਦਾ ਬੜਾ ਹੀ ਪਵਿੱਤਰ ਤੀਰਥ ਸਥਾਨ ਹੈ। ਗੋਦਾਵਰੀ ਨਦੀ ਦੇ ਤਟ 'ਤੇ ਇਸ਼ਨਾਨ ਲਈ ਆਏ ਸ਼ਰਧਾਲੂਆਂ ਨੇ ਸਤਿਗੁਰੂ ਜੀ ਨੇ ਉਪਦੇਸ਼ ਦੇ ਕੇ ਕਰਮ ਕਾਂਡਾਂ ਤੋਂ ਮੁਕਤ ਕੀਤਾ ਤੇ ਇੱਥੇ ਦੇ ਪਾਂਡਿਆਂ ਦੇ ਮਲੀਨ ਹਿਰਦਿਆਂ ਨੂੰ ਵੀ ਉਹਨਾਂ ਨੇ ਪ੍ਰਵਚਨਾਂ ਨਾਲ ਸ਼ੁੱਧ ਕਰ ਦਿੱਤਾ। ਹਾਂਜੀ, ਇੰਨੀ ਸ਼ਕਤੀ ਸੀਗੀ ਸਤਿਗੁਰਾਂ ਦੇ ਪ੍ਰਵਚਨਾਂ ਦੇ ਵਿੱਚ। ਹਾਂਜੀ ਬਿਲਕੁਲ ਜੀ, ਕਿ ਜਿਹੜਾ ਵੀ ਉਹਨੂੰ ਸੁਣਦਾ ਸੀ ਸਤਿਗੁਰਾਂ ਦੇ ਪੈਰੀਂ ਪੈ ਜਾਂਦਾ ਸੀ। ਹਾਂਜੀ। ਫਿਰ ਕੀ ਹੋਇਆ ਨੈਕਸਟ, ਇਸ ਤੋਂ ਬਾਅਦ ਕੀ ਹੋਇਆ, ਸਤਿਗੁਰੂ ਜੀ ਦੀ ਅਗਲੀ ਮੰਜ਼ਿਲ ਜਿਹੜੀ ਸੀ ਉਹ ਸੀ ਮਾਂਡੋ। ਸੁਲਤਾਨ ਹੁਸ਼ੰਗ ਸ਼ਾਹ ਨੇ ਆਪਣੀ ਰਾਜਧਾਨੀ ਇਸ ਨੂੰ ਬਣਾਇਆ ਸੀ। ਉਹਦਾ ਸਮਾਂ ਸੀ 1406 ਤੋਂ ਲੈ ਕੇ 1435 ਤੱਕ। ਸੁਲਤਾਨ ਨੇ ਭਾਰਤ ਦੇ ਕੋਨੇ-ਕੋਨੇ ਤੋਂ ਉਲਮਾ ਅਤੇ ਸੂਫੀ ਸੰਤਾਂ ਨੂੰ ਬੁਲਾ ਕੇ ਇੱਥੇ ਵਸਾਇਆ ਸੀ। ਹਿੰਦੂਆਂ ਪ੍ਰਤੀ ਉਸਦੀ ਉਦਾਰਤਾ ਵਾਲੀ ਨੀਤੀ ਹੋਣ ਕਾਰਨ ਉਹ ਇੱਕ ਹਰਮਨ ਬਾਦਸ਼ਾਹ ਸੀ। ਸਾਰੇ ਉਹਨੂੰ ਪਸੰਦ ਕਰਦੇ ਸੀ। ਹਿੰਦੂ ਮੁਸਲਮਾਨ ਸਾਰੇ ਆਪਣੇ ਆਪਣੇ ਧਰਮ ਦੇ ਕੰਮ ਕਾਰਜ ਕਰ ਸਕਦੇ ਸੀ ਔਰ ਕਿਸੇ ਨੂੰ ਕੋਈ ਰੋਕ ਨਹੀਂ ਸੀਗੀ। ਔਰ ਹਾਕਮਾਂ ਦੀ ਉਦਾਰ ਨੀਤੀ ਸਦਕਾ ਮਾਂਡੋ ਸਮਾਜਿਕ ਪਹਿਚਾਣ ਦੇ ਵਿੱਚ ਇਹਦੀ ਵਿਲੱਖਣਤਾ ਜਿਹੜੀ ਇੱਕ ਮਿਸਾਲ ਬਣ ਚੁੱਕਾ ਸੀਗਾ। ਹਾਂਜੀ। ਇੱਥੇ ਸਤਿਗੁਰੂ ਜੀ ਉਲਮਾ ਅਤੇ ਸੂਫੀ ਸੰਤਾਂ ਨਾਲ ਗੋਸ਼ਟੀ ਕਰਕੇ ਸਮਾਜਿਕ ਭਾਈਚਾਰੇ ਨੂੰ ਹੋਰ ਵੀ ਉਹਨਾਂ ਨੇ ਵੱਧ ਕੇ ਮਜ਼ਬੂਤ ਕੀਤਾ। ਇੱਥੋਂ 4 ਕਿਲੋਮੀਟਰ ਦੀ ਦੂਰੀ 'ਤੇ ਮਹਿੰਦੀ ਖੇਰੀ ਪਿੰਡ ਕੋਲ ਖਖੜਾ ਖੰਡ ਦੇ ਕਿਨਾਰੇ ਆਪਣੀ ਮੰਡਲੀ ਨਾਲ ਸਤਿਗੁਰਾਂ ਨੇ ਡੇਰਾ ਲਗਾਇਆ। ਬਹੁਤ ਸੰਗਤ ਵੀ ਬੜੀ ਵੱਡੀ ਤਾਦਾਦ ਦੇ ਵਿੱਚ ਇੱਥੇ ਆਏ। ਸਤਸੰਗ ਅਤੇ ਸਾਂਝੇ ਲੰਗਰ ਦਾ ਦੌਰ ਆਰੰਭ ਹੋਇਆ, ਪਰ ਇੱਥੇ ਪਾਣੀ ਦੀ ਸਖਤ ਕਮੀ ਸੀਗੀ। ਹਾਂਜੀ। ਔਰ ਸਤਿਗੁਰਾਂ ਨੇ ਕੀ ਕੀਤਾ ਇੱਥੇ ਜੀ ਪ੍ਰਧਾਨ ਜੀ, ਜਿੱਥੇ ਪਾਣੀ ਦੀ ਬਹੁਤ ਕਮੀ ਸੀ, ਸਤਿਗੁਰੂ ਜੀ ਨੇ ਇੱਕ ਪੱਥਰ ਹਟਾ ਕੇ ਮਿੱਠੇ ਪਾਣੀ ਦਾ ਚਸ਼ਮਾ ਪ੍ਰਗਟ ਕੀਤਾ ਜੋ ਅੱਜ ਵੀ ਨਿਰੰਤਰ ਬਹਿ ਰਿਹਾ ਹੈ। ਉਹਨਾਂ ਦੇ ਅਸਥਾਨ ਪਰ ਉੱਥੇ 49 ਦਿਨ ਜੋ ਕਿ 49 ਡੇਜ਼ ਉਹਨਾਂ ਨੇ ਆਪਣੇ ਪ੍ਰਵਚਨ ਕੀਤੇ ਤੇ ਸੰਗਤਾਂ ਨੂੰ ਉਸ ਅਕਾਲ ਪੁਰਖ ਦੇ ਨਾਲ ਜੋੜਿਆ। ਗੁਰੂ ਜੀ ਆਪਣੇ ਦਰਸ਼ਨਾਂ ਲਈ ਬਾਈਬਲ ਅਨੇਕਾ ਸੇਵਕਾ ਕੁਮਾਰੀ ਗੰਗਾ ਆਪਣੀਆਂ ਸਖੀਆਂ ਸਹਿਯੋਗੀਆਂ ਸਹਿਤ ਉਹਨਾਂ ਨੂੰ ਲੱਭਦੀ ਲਵਾਉਂਦੀ ਉੱਥੇ ਪਹੁੰਚ ਗਈ ਅਤੇ ਉਸ ਕੰਨਿਆ ਦਾ ਜੋ ਗੰਗਾ ਦਾ ਸਤਿਗੁਰ ਜੀ ਦੇ ਨਾਲ ਪ੍ਰੇਮ ਪਿਆਰ ਉਹਨਾਂ ਦੀ ਬਾਣੀ ਦੇ ਨਾਲ ਸੀਗਾ। ਗੁਰੂ ਜੀ ਦੇ ਸਤਸੰਗ ਆਮ ਲੋਕਾਂ ਦੇ ਨਾਲ ਮਾਡੋ ਦੇ ਰਾਜਕੁਮਾਰ ਵਜ਼ੀਰ ਅਤੇ ਹੋਰ ਅਹਿਲਕਾਰ ਵੀ ਉਹਨਾਂ ਦੇ ਸਤਸੰਗ ਵਿੱਚ ਸ਼ਾਮਲ ਹੋਏ। ਉੱਥੇ ਦਾ ਇੱਕ ਜੋ ਬਾਦਸ਼ਾਹ ਸੁਲਤਾਨ ਗਿਆਸ ਸ਼ਾਹ, ਜਿਹਦਾ ਕਿ ਸਮਾਂ ਪ੍ਰਧਾਨ ਜੀ 1469 ਤੋਂ 1501 ਈਸਵੀ ਤੱਕ ਦੱਸਿਆ ਜਾਂਦਾ ਹੈ, ਉਹਨਾਂ ਘਰਾਣੇ ਨਾਲ ਸੰਬੰਧ ਸੀ ਤੇ ਉੱਥੇ ਲਗਭਗ ਉਸ ਰਾਜੇ ਦੀਆਂ 500 ਸੁੰਦਰੀਆਂ ਪਰੀਆਂ ਮੀਨਾ ਬਾਜ਼ਾਰ ਚਲਾਉਂਦੀਆਂ ਸਨ। ਉੱਥੇ ਸਤਿਗੁਰ ਰਵਿਦਾਸ ਮਹਾਰਾਜ ਨੇ ਆਪਣਾ ਉਪਦੇਸ਼ ਦੇ ਕੇ ਉਸਾਂ ਨੂੰ ਉਸ ਤੋਂ ਮਹਿਫੂਜ਼ ਕੀਤਾ। ਇੱਕ ਵਜ਼ੀਰ ਰਾਹੀਂ ਆਪਣੇ ਇਰਾਦੇ ਦਾ ਸੰਦੇਸ਼ ਗੁਰੂ ਜੀ ਨੂੰ ਭੇਜ ਦਿੱਤਾ, ਜਿਸ ਨੂੰ ਸੁਣ ਕੇ ਉਹਨਾਂ ਦੇ ਮਨ ਨੂੰ ਭਾਰੀ ਠੇਸ ਲੱਗੀ। ਗੁਰੂ ਜੀ ਦੀ ਬੇਚੈਨੀ ਦਾ ਜਦੋਂ ਕੁਮਾਰੀ ਗੰਗਾ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸ ਰਾਜੇ ਦੇ ਨਾਲ ਸ਼ਾਦੀ ਲਈ ਸ਼ਰਤ 'ਤੇ ਹਾਂ ਕਰ ਦਿੱਤੀ ਕਿ ਰਾਜਾ ਉਸ ਦਾ ਡੋਲਾ ਆਸ਼ਰਮ ਵਿੱਚੋਂ ਲੈ ਕੇ ਜਾਵੇ। ਸ਼ਰਤ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ, ਪਰ ਜਦੋਂ ਉਸ ਰਾਜੇ ਦੀ ਡੋਲੀ ਉਸ ਗੰਗਾ ਜੇਲਾ ਕੁਮਾਰੀ ਨੂੰ ਲੈਣ ਵਾਸਤੇ ਆਈ ਤੇ ਉਸ ਗੰਗਾ ਜੇਲਾ ਨੇ ਨਦੀ ਦੇ ਵਿੱਚ ਛਾਲ ਮਾਰ ਦਿੱਤੀ ਤੇ ਉਸ ਨੂੰ ਬਚਾਉਣ ਲੱਗੇ ਸਾਰੀ ਦੀ ਸਾਰੀ ਬਰਾਤ ਉਸ ਨਦੀ ਵਿੱਚ ਡੁੱਬ ਗਈ, ਜਿਸ ਦੇ ਨਾਲ ਕਿ ਉਸਨੇ ਸਤਿਗੁਰ ਰਵਿਦਾਸ ਮਹਾਰਾਜ 'ਤੇ ਵੀ ਕੋਈ ਦਾਗ ਲੱਗਣ ਤੋਂ ਬਚਾ ਲਿਆ ਅਤੇ ਗੁਰੂ ਜੀ ਦੀ ਉੱਚੀ ਤੇ ਸੁੱਚੀ ਸ਼ਾਨ ਤੋਂ ਆਪਾ ਬਾਣ ਦਾ ਉਸ ਗੰਗਾ ਨੇ ਮਨ ਬਣਾ ਲਿਆ। ਹਾਂਜੀ ਪ੍ਰਧਾਨ ਜੀ। ਹਾਂਜੀ ਪਿਆਰੇ ਦਰਸ਼ਕੋ, ਮਾਂਡੋ ਵਿਖੇ ਕਾਫੀ ਸਮਾਂ ਠਹਿਰ ਕੇ ਸਤਿਗੁਰੂ ਜੀ ਤਾਰ ਤੋਂ ਹੁੰਦੇ ਹੋਏ 7 ਸਾਗਰਾਂ 4 ਧਾਮਾਂ ਮੰਦਰਾਂ ਇੱਕ ਸ਼ਕਤੀ ਪੀਠ ਤੇ ਅਨੇਕਾਂ ਹਿੰਦੂ ਮੰਦਰਾਂ ਦੀ ਧਰਤੀ
ਉਜੈਨ ਵਿਖੇ ਆਪਣੀ ਮੰਡਲੀ ਨਾਲ 1476 ਦੇ ਵਿੱਚ ਪਹੁੰਚ ਗਏ। ਚਾਰੇ ਵਰਨਾਂ ਦੇ ਲੋਕਾਂ ਨੇ ਮਿਲ ਕੇ ਸਤਿਗੁਰੂ ਜੀ ਦਾ ਸਵਾਗਤ ਕੀਤਾ। ਹਾਂਜੀ। ਸੰਤ ਮੰਡਲੀ ਨੇ ਪਹਿਲਾਂ ਸਿਪਰਾ ਨਦੀ ਦੇ ਕਿਨਾਰੇ ਇਸ਼ਨਾਨ ਕੀਤਾ, ਫਿਰ ਰਹਿਣ ਸਬਾਈ ਸਤਸੰਗ ਹੋਇਆ। ਸਾਰਾ ਸ਼ਹਿਰ ਸਿਰ ਜੋੜ ਕੇ ਬੈਠਾ ਰਿਹਾ ਤੇ ਅੰਮ੍ਰਿਤ ਪ੍ਰਵਚਨਾਂ ਦੀ ਵਰਖਾ ਹੁੰਦੀ ਰਹੀ। ਜਿਸ ਜਗ੍ਹਾ ਗੁਰੂ ਜੀ ਨੇ ਡੁਬਕੀ ਲਗਾਈ ਸਿਪਰਾ ਨਦੀ ਵਿੱਚ, ਉਸ ਜਗ੍ਹਾ ਨੂੰ ਰਵਿਦਾਸ ਘਾਟ ਕਿਹਾ ਜਾਂਦਾ ਹੈ। ਹਾਂਜੀ, ਕੋਲੇ ਲਈ ਜੀ। ਹਾਂਜੀ। ਹੈਲੋ, ਹਾਂਜੀ ਜੈ ਗੁਰਦੇਵ ਜੀ, ਕੌਣ ਸਾਹਿਬ ਬੋਲ ਰਹੇ ਜੀ? ਹੈਲੋ ਭਾਜੀ, ਜੈ ਗੁਰਦੇਵ। ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ। ਹਾਂਜੀ, ਕੌਣ ਬੋਲ ਰਹੇ? ਜੈ ਗੁਰਦੇਵ ਭਾਜੀ। ਹਾਂਜੀ ਹਾਂਜੀ, ਜੈ ਗੁਰਦੇਵ ਭੈਣ ਜੀ, ਬੋਲੋ ਜੀ, ਕੌਣ ਬੋਲ ਰਿਹਾ ਜੀ? ਮੈਂ ਬਿਮਲਾ ਮੈਮੀ ਬੋਲਦੀ ਹਾਂ। ਹਾਂਜੀ ਇੱਥੋਂ ਲੰਡਨ ਤੋਂ। ਹਾਂਜੀ ਲੰਡਨ ਤੋਂ। ਤੇ ਅਸੀਂ 1000 ਪਾਉਂਡ ਦੇਣਾ ਚਾਹੁੰਦੇ ਹਾਂ ਤੁਹਾਨੂੰ। ਥੈਂਕ ਯੂ ਬਾਬਾ ਜੀ ਦੀ ਲੱਗ ਰਹੇ ਹਨ। ਬਹੁਤ ਮੈਨੂੰ ਬਹੁਤ ਖੁਸ਼ੀ ਆ। ਤੇ 1000 ਪਾਉਂਡ ਨਾ ਸਾਡੇ ਵੱਲੋਂ ਲਿਖ ਲਓ, ਅਸੀਂ ਉਹ ਕਾਰਡ ਤੇ ਪੇ ਕਰ ਦਿੰਦੇ ਹਾਂ। ਥੈਂਕ ਯੂ ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਥੱਲੇ ਸਕਰੀਨ ਦੇ ਥੱਲੇ ਨਾਮ ਬਿਮਲਾ ਮੈਮੀ ਡਿਟੇਲ ਆ ਰਹੀ ਹੈ। ਹਾਂਜੀ ਹਾਂਜੀ, ਬਿਮਲਾ ਮੈਮੀ। ਹਾਂਜੀ, ਤੁਹਾਡਾ ਬਹੁਤ ਲੰਡਨ ਤੋਂ ਬੋਲਦੀ ਹਾਂ ਮੈਂ। ਹਾਂਜੀ ਹਾਂਜੀ ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੇਖੋ, ਜੇ ਭੈਣ ਜੀ ਤੁਸੀਂ ਇੱਦਾਂ ਸਾਨੂੰ ਆਸ਼ੀਰਵਾਦ ਦਿੰਦੇ ਰਹੋਗੇ ਤਾਂ ਗੁਰੂ ਮਹਾਰਾਜ ਦਾ ਜਿਹੜਾ ਜੀਵਨ ਸਾਡੇ ਤੋਂ ਵਿਸਰਿਆ ਪਿਆ, ਉਹ ਅਸੀਂ ਆਪਣੇ ਜਿਹੜੇ ਸਾਡੇ ਸਕੋਲਰ ਨੇ, ਸਾਡੇ ਕੋਲ 60 ਤੋਂ ਵੱਧ PhD ਡਾਕਟਰ ਸਕੋਲਰ ਸਾਡੇ ਨਾਲ ਜੁੜੇ ਨੇ, ਜਿਹੜੇ ਇਸ ਇਤਿਹਾਸ 'ਤੇ ਕੰਮ ਕਰ ਰਹੇ ਨੇ। ਉਹ ਜਦੋਂ ਕਦੇ ਅਸੀਂ ਬੈਠ ਕੇ ਮੀਟਿੰਗ ਕਰਦੇ ਹਾਂ ਤਾਂ ਗੁਰੂ ਮਹਾਰਾਜ ਦੇ ਜੀਵਨ ਬਾਰੇ ਜਦ ਇੱਦਾਂ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੇ ਤਾਂ ਸਾਡਾ ਵੀ ਮਨ ਬੜਾ ਖੁਸ਼ ਹੁੰਦਾ ਕਿ ਅਸੀਂ ਤਾਂ ਗੁਰੂ ਰਵਿਦਾਸ ਮਹਾਰਾਜ ਨੂੰ ਸਿਰਫ ਕਾਂਚੀ ਬਨਾਰਸ ਤੱਕ ਹੀ ਸੀਮਿਤ ਰੱਖਿਆ, ਕਿ ਅਸੀਂ ਇਹ ਸੋਚਦੇ ਰਹੇ ਕਿ ਗੁਰੂ ਰਵਿਦਾਸ ਮਹਾਰਾਜ 151 ਸਾਲ ਕਾਂਚੀ ਬਨਾਰਸ ਬੈਠੇ ਰਹੇ ਤੇ ਉੱਥੇ ਹੀ ਅਵਤਾਰ ਧਾਰ ਕੇ ਉੱਥੋਂ ਜੋਤੀ ਜੋਤ ਸਮਾ ਗਿਆ, ਹੋਰ ਕਿਤੇ ਗਏ ਨਹੀਂ। ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ ਹੁਣ ਸਾਨੂੰ ਪਤਾ ਲੱਗਦਾ ਹਾਂਜੀ ਉਹ ਕਿੰਨੇ ਵਿਸ਼ਾਲ ਸਨ। ਤੇ ਜਦੋਂ ਉਹਨਾਂ ਦੀਆਂ ਯਾਤਰਾਵਾਂ ਜਿਹੜੀਆਂ ਉਹਨੇ ਕੀਤੀਆਂ, ਉਹ ਕਿੱਥੇ ਕਿੱਥੇ ਗਏ, ਉਹਨੇ ਸਾਰੇ ਉਹਨਾਂ ਸਥਾਨਾਂ ਤੇ ਜਾ ਕੇ ਮਾਨਵਤਾ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਥਾਵਾਂ ਤੇ ਛੋਟੀਆਂ ਜਾਤਾਂ ਦੇ ਲੋਕਾਂ ਨੂੰ ਮੰਦਰਾਂ ਵਿੱਚ ਬਣਨ ਦੀ ਮਨਾਹੀ ਸੀ, ਜਾਣ ਨਹੀਂ ਸੀ ਦਿੰਦੇ। ਉਹਨਾਂ ਨੂੰ ਸੰਦੇਸ਼ ਦੇ ਕੇ ਉਹਨਾਂ ਨੂੰ ਸਿੱਧੇ ਰਸਤੇ ਤੇ ਲਿਆ ਕੇ ਉਹਨਾਂ ਬੰਦ ਦਰਵਾਜ਼ਿਆਂ ਨੂੰ ਹਮੇਸ਼ਾ ਲਈ ਖੋਲ੍ਹਿਆ ਸਾਡੇ ਲਈ। ਜੇ ਤੁਸੀਂ ਇੱਦਾਂ ਸਾਡੇ ਲਈ ਭੈਣ ਜੀ ਤੁਸੀਂ ਆਸ਼ੀਰਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਤਿੰਨਾਂ ਭਰਾਵਾਂ ਦਾ। ਮੈਂ ਤਾਂ ਬਹੁਤ ਧੰਨਵਾਦ ਕਰਦੀ ਹਾਂ, ਤੁਸੀਂ ਜਿਹੜਾ ਇੱਧਰ ਇਹ ਕੰਮ ਕਰ ਰਹੇ ਆ ਨਾ, ਬਹੁਤ ਅੱਛਾ ਕੰਮ ਕਰ ਰਹੇ ਆ। ਥੈਂਕ ਯੂ ਭੈਣ ਜੀ, ਤੁਹਾਡਾ ਬਹੁਤ ਧੰਨਵਾਦ ਜੀ। ਸਾਡੇ ਓਕੇ ਭਾਜੀ। ਹਾਂਜੀ, ਥੈਂਕ ਯੂ ਜੀ। ਆ ਸਕਰੀਨ ਦੇ ਥੱਲੇ ਤੁਹਾਨੂੰ ਏਦਾਂ ਸ਼ਕਤੀ ਦਿੰਦਾ ਰਹੇ ਤੇ ਤੁਸੀਂ ਇਹ ਕੰਮ ਕਰਦੇ ਰਹੋ। ਥੈਂਕ ਯੂ। ਸਕਰੀਨ ਦੇ ਥੱਲੇ ਭੈਣ ਜੀ ਸਾਡਾ ਨੰਬਰ ਚੇਅਰਮੈਨ ਸਾਹਿਬ ਦਾ ਆ ਰਿਹਾ, ਉਹ ਲੈ ਕੇ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ ਤੇ ਇਹਦੇ ਵਿੱਚ ਅਕਾਊਂਟ ਤੇ ਸੋਰਟ ਕੋਡ ਬੈਂਕ ਦਾ ਸਾਰੇ ਡੀਟੇਲ ਦਿੱਤੇ ਹੋਏ ਨੇ। ਹਾਂਜੀ ਪ੍ਰਧਾਨ ਜੀ। ਹਾਂਜੀ, ਆਪਣੇ ਕੋਲ ਸਮਾਂ ਬਹੁਤ ਥੋੜਾ ਰਹਿ ਗਿਆ। ਮੈਂ ਹਾਂਜੀ ਇਸ ਮੇਰੇ ਖਿਆਲ ਆਹੀ ਥੋੜ੍ਹੀ ਜਿਹੀ ਆਪਾਂ ਦਰਸ਼ਕਾਂ ਦੇ ਨਾਲ ਸਾਂਝ ਪਾ ਸਕਦੇ ਹਾਂ ਕਿ ਮੈਂ ਦੱਸ ਰਿਹਾ ਸੀ ਕਿ ਜਿਸ ਜਗ੍ਹਾ ਗੁਰੂ ਜੀ ਨੇ ਸਿਪਰਾ ਨਦੀ ਤੇ ਡੁਬਕੀ ਲਗਾਈ, ਉਸ ਜਗ੍ਹਾ ਨੂੰ ਰਵਿਦਾਸ ਘਾਟ ਕਿਹਾ ਜਾਂਦਾ ਹੈ। ਹਾਂਜੀ, ਔਰ ਇਹ ਰਾਮ ਘਾਟ ਦੇ ਨਾਲ ਲੱਗਦਾ ਹੈ। ਉੱਥੇ ਦੂਸਰਾ ਘਾਟ ਜੋ ਰਾਮ ਘਾਟ ਹੈ, ਇਸ ਸਥਾਨ ਪਰ ਸਤਿਗੁਰੂ ਦੀ ਮੂਰਤੀ ਸੁਸ਼ੋਭਿਤ ਸੀ। ਹਾਂਜੀ, ਜਿਸ ਨੂੰ ਸਮਾਜ ਦੋਸ਼ੀ ਅਨਸਰਾਂ ਖੰਡਿਤ ਕਰ ਦਿੱਤਾ ਸੀ। ਇਹ ਆਪਾਂ ਦੇਖਦੇ ਕਿ ਇੰਡੀਆ ਦੇ ਚੀਜ਼ ਬਿਲਕੁਲ ਹੁੰਦਾ ਰਹਿੰਦਾ ਇਹ। ਹਾਂਜੀ ਹਾਂਜੀ ਹਾਂਜੀ। ਤਾਂ ਫਿਰ ਉਜੈਨ ਦੀ ਨਗਰ ਨਿਗਮ ਹਾਂਜੀ, ਇਹ ਇੱਥੇ ਮੂਲ ਨਿਵਾਸੀ ਜਿਹੜੇ ਲੋਕ ਹਨ ਉਹ ਇੱਥੇ ਆਉਂਦੇ ਹਨ ਇਸ਼ਨਾਨ ਕਰਨ ਲਈ, ਪਰ ਉੱਥੇ ਉਹਨਾਂ ਨੂੰ ਇਸ਼ਨਾਨ ਨਹੀਂ ਕਰਨ ਦਿੱਤਾ ਜਾਂਦਾ ਸੀਗਾ। ਪਰ ਉਹਨਾਂ ਦੇ ਨਿਰੰਤਰ ਸੰਘਰਸ਼ ਕਾਰਨ ਜੋ ਸਤਿਗੁਰਾਂ ਨੇ ਉੱਥੇ ਜੋ ਕੁਛ ਕੀਤਾ, ਅਤੇ ਉੱਥੇ ਦਾ ਜਿਹੜਾ ਨਗਰ ਨਿਗਮ ਉਜੈਨ ਵਿੱਚ ਹੈ, ਉਹਨਾਂ ਨੇ 15/5/1992 ਵਿੱਚ ਉੱਥੇ ਸਤਿਗੁਰੂ ਰਵਿਦਾਸ ਜੀ ਦੀ ਮੂਰਤੀ ਵੀ ਸਥਾਪਿਤ ਕੀਤੀ ਹੈ। ਔਰ 1 ਚੁਫੇਰੇ 'ਤੇ ਫਿਰ
ਉਹ ਮੂਰਤੀ ਸਾਨੂੰ ਦੇਖਣ ਨੂੰ ਮਿਲਦੀ ਹੈ। ਔਰ ਜੋ ਵੀ ਉੱਥੇ ਸਤਿਗੁਰੂ ਜੀ ਦੇ ਸ਼ਰਧਾਲੂ ਇਸ਼ਨਾਨ ਕਰਨੇ ਜਾਂਦੇ ਹਨ ਉਹਨਾਂ ਨੂੰ ਕੋਈ ਰੋਕਥਾਮ ਹੁਣ ਨਹੀਂ ਹੈ, ਅਤੇ ਉਹ ਜਦੋਂ ਵੀ ਜਾਣ ਉੱਥੇ ਇਸ਼ਨਾਨ ਕਰਦੇ ਹਨ ਅਤੇ ਆਪਣੇ ਗੁਰੂ ਨੂੰ ਮੱਥਾ ਟੇਕਦੇ ਹਨ ਉਸ ਮੂਰਤੀ ਨੂੰ। ਸਾਨੂੰ ਪ੍ਰਧਾਨ ਜੀ ਇਹਨਾਂ ਦੀਆਂ ਸਤਿਗੁਰੂ ਮਹਾਰਾਜ ਦੀਆਂ ਜਿਹੜੀਆਂ ਉਹਨਾਂ ਦੇ ਨਾਲ ਜੁੜੀਆਂ ਜਿਹੜੀ ਇਹ ਸਥਾਨ ਹਨ, ਸਾਨੂੰ ਉਹ ਜਗ੍ਹਾ 'ਤੇ ਉਹਨਾਂ ਦੀ ਗੁਰਬਾਣੀ ਜਿਹੜੀ ਆ ਉਹ ਉੱਥੇ ਪ੍ਰਕਾਸ਼ ਕਰਨੀ ਚਾਹੀਦੀ ਆ ਕਿ ਅਸੀਂ ਮੂਰਤੀ ਪੂਜਾ ਤੋਂ ਪਿੱਛੇ ਹਟ ਕੇ ਸਤਿਗੁਰੂ ਮਹਾਰਾਜ ਦੇ ਸਹੀ ਉਪਦੇਸ਼ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਸਕੀਏ। ਕਿਉਂਕਿ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਗੁਰ ਜੈਸਾ ਨਹੀਂ ਕੋਈ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਅਸੀਂ ਇਹ ਸਿਖਾਈਏ ਕਿ ਤੁਹਾਡੇ ਮੱਥੇ ਦੇ ਭਾਗ ਚੰਗੇ ਨੇ ਕਿ ਤੁਸੀਂ ਸਤਿਗੁਰੂ ਮਹਾਰਾਜ ਨਾਲ ਜੁੜੇ ਹੋ। ਜਿਹੜਾ ਵੀ ਤੁਸੀਂ ਸਾਨੂੰ ਦਾਨ ਦੇ ਰਹੇ ਹੋ, ਤੁਹਾਡਾ ਪੂਰਾ ਹੱਕ ਹੈ ਕਿ ਤੁਸੀਂ ਜਦੋਂ ਮਰਜ਼ੀ ਫੋਨ ਕਰਕੇ ਸਾਨੂੰ ਆਪਣੀ ਉਹ ਪੈਸੇ ਕਿੱਥੇ ਖਰਚੇ ਸਾਨੂੰ ਪੁੱਛ ਸਕਦੇ ਹੋ। ਅਤੇ ਅਗਲੇ ਹਫਤੇ ਫਿਰ ਦੇਖਣਾ ਨਾ ਭੁੱਲਿਓ ਇਹ ਪ੍ਰੋਗਰਾਮ ਜਿਹੜਾ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਹਰੇਕ ਹਫਤੇ ਲੈ ਕੇ ਆ ਰਹੇ ਨੇ। ਹਾਂਜੀ ਅਮਰੀਕ ਜੀ, ਕੋਸ਼ਿਸ਼ ਕਰਾਂਗੇ ਕਿ ਤੀਸਰੀ ਯਾਤਰਾ ਹੈ ਇਹ ਆਪ ਦੇ ਨਾਲ ਇਹਨੂੰ ਕੰਪਲੀਟ ਕਰ ਦਈਏ। ਹਾਂਜੀ, ਅਤੇ ਸਾਰਿਆਂ ਨੂੰ ਪਿਆਰ ਭਰੀ ਜੈ ਗੁਰਦੇਵ, ਜੈ ਵਾਲਮੀਕੀ।